ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਨ ਬੰਦਹੁ ਕਰ ਅਨਰਾਗ ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਣ ਬਿਨਾਸਨ ਸੋਏ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤ ਗੁਰ ਕੇ ਘਰ ਘਰ ਚਾਲੀ ਮਨੋ ਮਾਲਤੀ ਫੁੱਲੀ ਵਿਸਾਲੀ। ਸਾਹਿਬ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਤਾਜਾਂ ਤੇ ਤਖਤਾਂ ਦੇ ਮਾਲਕ ਦਸਮੇਸ਼ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਤਿਨਾਂ ਦੇ ਪਾਵਨ ਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਤਖਤ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਗੁਰਤਾ ਗੱਦੀ ਤੇ ਸੁਭਾਏਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਜੇ ਹੋਏ ਸ਼ਾਮਾਂ ਵੇਲੇ ਦੇ ਸੁੰਦਰ ਦਰਬਾਰ ਅੰਦਰ ਜੁੜ ਬੈਠੇ ਸਮੂਹ ਸਤਸੰਗੀ ਜਨੋ ਵਡਭਾਗੇ ਹਾਂ ਆਪਾਂ ਸਾਰੇ ਹੀ। ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਦੁਨਿਆਵੀ ਕੰਮਾਂ ਕਾਰਾਂ ਨੂੰ ਸੰਕੋਚ ਕੇ ਸਮੇਟ ਕੇ ਰਜੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਹੈ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੀ ਦੇ ਮਹਾਂਵਾਕ ਅਨੁਸਾਰ ਚੱਲ ਰਹੀ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀ ਇਤਿਹਾਸਕ ਕਥਾ ਦੇ ਨਾਲ ਜੁੜਨ ਦਾ। ਆਓ ਜਿੱਥੇ ਆਪਾਂ ਸਰੀਰਕ ਤੌਰ ਤੇ ਗੁਰੂ ਚਰਨਾਂ ਵਿੱਚ ਗੁਰੂ ਗੋਦ ਅੰਦਰ ਜੁੜ ਬੈਠੇ ਹਾਂ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਨੂੰ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਗਿਆਨੀ ਗਿਆਨ ਸਿੰਘ ਜੀ ਹੋਰਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਜੋ ਇਤਿਹਾਸ ਲਿਖਿਆ ਹੈ ਉਹਨੂੰ ਪੂਰਵਾਰਧ ਨਾਮ ਦਿੱਤਾ ਗਿਆ। ਉਸ ਗ੍ਰੰਥ ਦੀ ਸਮਾਪਤੀ ਹੋਈ ਕੱਲ, ਔਰ ਫਿਰ ਆਪਾਂ ਨੇ ਦੂਸਰੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਜੋ ਖਾਲਸੇ ਦਾ ਪੰਥ ਦਾ ਇਤਿਹਾਸ ਪ੍ਰਾਰੰਭ ਹੋਇਆ ਹੈ ਉਹਦੀ ਸ਼ੁਰੂਆਤ ਹੋਈ ਸੀ। ਭਾਈ ਸਾਹਿਬ ਜੀ ਹੋਰਾਂ ਨੇ ਸ਼ੁਰੂਆਤ ਕਰਨ ਵੇਲੇ ਆਪਣੇ ਵੱਲੋਂ ਉਹਨਾਂ ਦੀ ਮਨਸਾ ਕੀ ਸੀ, ਕਿਵੇਂ ਉਹ ਤਿਆਰ ਹੋਏ, ਕੀ ਕਾਰਨ ਸੀ ਵੀ ਉਹਨਾਂ ਨੇ ਇਸ ਗ੍ਰੰਥ ਨੂੰ ਲਿਖਣ ਦਾ ਤਹਈਆ ਕੀਤਾ। ਨਾਲ ਦੀ ਨਾਲ ਭਾਈ ਸਾਹਿਬ ਜੀ ਹੋਰਾਂ ਨੇ ਵੀ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਵੀ ਕਥਾ ਦੇ ਪ੍ਰੇਮੀਓ, ਇਤਿਹਾਸ ਦੇ ਸਰੋਤਿਓ, ਇਹ ਕਥਾ ਮੈਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਯਤਨ ਕਰਕੇ ਲਿਖ ਰਿਹਾ ਹਾਂ। ਮੈਂ ਕੋਸ਼ਿਸ਼ ਕੀਤੀ ਹੈ ਵੀ ਸਹੀ ਢੰਗ ਦੇ ਨਾਲ ਲਿਖੀ ਜਾਏ, ਪਰ ਜੇ ਕਿਤੇ ਕੋਈ ਘਾਟਵਾ ਤੁਹਾਨੂੰ ਨਜ਼ਰ ਆਈ, ਕੋਈ ਤੁਹਾਨੂੰ ਫਰਕ ਨਜ਼ਰ ਆਇਆ, ਇਹ ਮੇਰੀ ਘਾਟ ਸਮਝ ਕੇ ਮੇਰੀ ਝੋਲੀ ਚ ਪਾ ਦਿਓ। ਇਤਿਹਾਸ ਜਾਂ ਗੁਰੂ ਦੇ ਉੱਪਰ ਉਂਗਲ ਨਾ ਉਠਾਇਓ। ਗੁਰੂ ਪੂਰੇ, ਗੁਰੂ ਕੇ ਕਾਰਨਾਮੇ ਪੂਰੇ ਨੇ, ਗੁਰੂ ਕੇ ਕੌਤਕ ਪੂਰੇ ਨੇ। ਜੇ ਕਿਤੇ ਕੋਈ ਕਮੀ ਰਹਿ ਗਈ, ਉਹ ਮੇਰੇ ਬਿਆਨ ਕਰਨ ਚ ਕਮੀ ਹੋ ਸਕਦੀ ਹੈ, ਮੇਰੇ ਲਿਖਣ ਚ ਕਮੀ ਹੋ ਸਕਦੀ ਹੈ। ਮੈਂ ਕੱਲ ਬੇਨਤੀ ਕੀਤੀ ਸੀ ਵੀ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਤੇ ਜਣਾ ਖਣਾ ਉੱਠ ਕੇ ਇਹਨਾਂ ਗ੍ਰੰਥਾਂ ਤੇ ਉਂਗਲ ਨਹੀਂ ਖੜੀ ਕਰੇਗਾ। ਇਹਨਾਂ ਨੂੰ ਰਿਜੈਕਟ ਕਰਨਾ ਸਿਆਣਪ ਨਹੀਂ ਹੈ ਵੀ ਇਹਨਾਂ ਨੂੰ ਬੰਦ ਕਰ ਦਿਓ, ਇਹਨਾਂ ਨੂੰ ਪੜ੍ਹਨਾ ਬੰਦ ਕਰ ਦਿਓ। ਨਹੀਂ, ਉਹਨਾਂ ਨੂੰ ਆਪਾਂ ਗੁਰਮਤਿ ਦੀ ਕਸਵੱਟੀ ਤੇ ਵਾ ਸਕਦੇ ਹਾਂ। ਜਿੱਥੇ ਕੋਈ ਊਣਤਾਈ ਹੈ, ਜਿੱਥੇ ਕੋਈ ਘਾਟ ਹੈ, ਕਮੀ ਹੈ, ਉਹਨੂੰ ਆਪਾਂ ਉਸ ਲਿਖਾਰੀ ਦੀ ਗਲਤੀ ਕਹਿ ਕੇ ਪਾਸੇ ਰੱਖ ਸਕਦੇ ਹਾਂ। ਪਰ ਗੁਰੂਆਂ ਦਾ ਇਤਿਹਾਸ, ਪੰਥ ਦਾ ਇਤਿਹਾਸ ਆਪਾਂ ਨੇ ਭਾਵਨਾ ਨਾਲ ਸਰਵਣ ਕਰਨਾ ਹੈ। ਗਿਆਨੀ ਜੀ ਹੋਰਾਂ ਨੇ ਪ੍ਰਾਰੰਭ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੁਰਹਾਨਪੁਰ ਨੂੰ ਭਾਗ ਲਾ ਰਹੇ ਨੇ, ਇੱਥੇ ਬਾਦਸ਼ਾਹ ਬਹਾਦਰ ਸ਼ਾਹ ਨਾਲੋਂ ਨਾਲ ਸੀ। ਉਹਨੇ ਮਹਾਰਾਜ ਜੀ ਦਾ ਹਰ ਤਰ੍ਹਾਂ ਦਾ ਜਿਹੜਾ ਸੀਗਾ ਹੁਕਮ ਮੰਨਿਆ, ਪਰ ਇੱਕ ਖਾਸ ਹੁਕਮ ਤੋਂ ਭੱਜ ਗਿਆ ਸੀ। ਜਿਹੜੀ ਦੋਸ਼ੀਆਂ ਦੀ ਲਿਸਟ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੌਂਪੀ ਸੀ, ਉਹ ਬਾਦਸ਼ਾਹ ਨੇ ਸਤਿਗੁਰੂ ਦੇ ਹਵਾਲੇ ਨਹੀਂ ਕੀਤੇ। ਬਾਕੀ ਚਲੋ ਮਹਾਰਾਜ ਦੀ ਗੱਲ ਮੰਨਦਾ ਰਿਹਾ, ਸੇਵਾ ਕਰਦਾ ਰਿਹਾ। ਜਦੋਂ ਮਹਾਰਾਜ ਬੁਰਹਾਨਪੁਰੇ ਸੀ, ਇੱਥੇ ਮਹਾਰਾਜ ਨੂੰ ਇੱਕ ਜੀਵਨ ਦਾਸ ਨਾਮ ਦਾ ਬਿਰਾਗੀ ਮਿਲਿਆ ਸੀ, ਜਿਹਨੇ ਆ ਕੇ ਮਹਾਰਾਜ ਜੀ ਦੇ ਨਾਲ ਗੱਲਬਾਤ ਕੀਤੀ। ਉਹ ਗੱਲਬਾਤ ਕੀ ਚੱਲ ਰਹੀ ਸੀ ਉਹ ਆਪਾਂ ਇੱਥੇ ਵਾਚਣਾ। ਇੱਥੋਂ ਤੱਕ ਕੱਲ ਆਪਾਂ ਲੜੀਵਾਰ ਇਤਿਹਾਸ ਨੂੰ ਵਾਚਿਆ ਸੀ, ਵਿਚਾਰਿਆ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ ਬਹੁਤ ਸਾਰੀ ਸੰਗਤ ਬੜੀ ਦੂਰ ਤੱਕ ਆਪਣੇ ਘਰਾਂ 'ਚ ਆਨੰਦ ਮਾਣ ਰਹੀ ਹੈ। ਆਓ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਫਤਿਹ ਦੀ ਸਾਂਝ ਪਾਇਓ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਵਨ ਦਾਸ ਮਹੰਤ ਬੈਰਾਗੀ, ਸੰਤ ਭਗਤ ਤਾ ਹਰਿ ਅਨੁਰਾਗੀ। ਗਿਆਨੀ ਗਿਆਨ ਸਿੰਘ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ ਬੜੇ ਰਿਸਪੈਕਟ ਦੇ ਨਾਲ, ਬੜੇ ਅਦਬ ਦੇ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ। ਕਹਿੰਦੇ ਇੱਕ ਜੀਵਨ ਦਾਸ ਨਾਮ ਦਾ ਮਹੰਤ ਸੀਗਾ, ਬੈਰਾਗੀ ਸੀਗਾ ਉਹ। ਸੰਤ ਭਗਤ ਥਾ ਅਨੁਰਾਗੀ, ਸੰਤਾਂ ਨੂੰ ਪਿਆਰ ਕਰਨ ਵਾਲਾ,
ਭਗਤਾਂ ਨੂੰ ਪਿਆਰ ਕਰਨ ਵਾਲਾ, ਨਾਮ ਰਤੜਿਆਂ ਦਾ ਬਹੁਤ ਸਤਿਕਾਰ ਕਰਨ ਵਾਲਾ ਸੀ। ਗ੍ਰਾਮ ਜਗੀਰ ਕਈ ਤਿਸ ਕੇਰੇ, ਥੇ ਬਹੁ ਲੰਗਰ ਦੇਤ ਬਧੇਰੇ। ਇਹ ਜਿਹੜਾ ਜੀਵਨ ਦਾਸ ਸੀਗਾ, ਕਈ ਪਿੰਡਾਂ ਦੀ ਜ਼ਮੀਨ ਇਹਦੇ ਕੋਲੇ ਸੀ, ਜਾਣੀ ਇਹਦੀ ਚੰਗੀ ਮਾਨਤਾ ਸੀ, ਚੰਗਾ ਮਾਨ ਸਨਮਾਨ ਸੀ, ਲੋਕ ਚੰਗਾ ਇਹਨੂੰ ਸਨਮਾਨ ਸਤਿਕਾਰ ਦਿੰਦੇ ਜੀ। ਸੋ ਪੀ ਮਿਲਿਓ ਗੁਰੂ ਸੁਆਈ, ਮੂਰਤ ਰਾਮ ਤਾਹੇ ਦਰਸਾਈ। ਉਹ ਜੀਵਨ ਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਉਣ ਦੀ ਖਬਰ ਸੁਣ ਕੇ ਉਹ ਵੀ ਸਤਿਗੁਰੂ ਜੀ ਦੇ ਪਾਸ ਗਿਆ। ਮਹਾਰਾਜ ਨੂੰ ਜਦੋਂ ਜਾ ਕੇ ਮਿਲਿਆ, ਉਹਨੂੰ ਮਹਾਰਾਜ ਦੇ ਦਰਸ਼ਨ ਕਰਕੇ ਸੰਤੁਸ਼ਟੀ ਪ੍ਰਾਪਤ ਹੋਈ ਸੀ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਨਿਹਾਲ ਹੋਇਆ ਜੀ। ਗੁਰ ਕੋ ਤੈ ਅਵਤਾਰ ਪਛਾਨਾ, ਗੁਰ ਪਗ ਪਰ ਮਨ ਤਨੋ ਬਿਕਾਨਾ। ਉਹਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਅਵਤਾਰ ਮੰਨ ਲਿਆ ਵੀ ਇਹ ਕੋਈ ਪੂਰਨ ਅਵਤਾਰ ਨੇ, ਸਮਰੱਥ ਗੁਰੂ ਨੇ। ਗੁਰ ਪਗ ਪਰ ਮਨ ਤਨੋ ਬਿਕਾਨਾ, ਸਤਿਗੁਰਾਂ ਦੇ ਚਰਨਾਂ ਤੇ ਉਹਨੇ ਆਪਣਾ ਸਿਰ ਰੱਖ ਦਿੱਤਾ। ਸਭ ਕੁਝ ਗੁਰੂ ਸਾਹਿਬ ਜੀ ਨੂੰ ਸਤਿਕਾਰ ਕੀਤਾ, ਬਹੁਤ ਪ੍ਰੇਮ ਕੀਤਾ, ਜਾਣੀ ਕਿਉਂ ਕਹਿ ਲੋ ਵੀ ਤਨੋ ਮਨੋ ਗੁਰੂ ਦਾ ਹੋ ਗਿਆ ਹੈ। ਸੋ ਸਭ ਗੁਰ ਕੀ ਸੇਵ ਕਮਾਵੇ, ਔਰਣ ਤੈ ਪੀ ਪ੍ਰੇਰਕ ਰਾਵੇ। ਉਹ ਜੀਵਨ ਦਾਸ ਗੁਰੂ ਨੂੰ ਪਛਾਣ ਗਿਆ ਸੀ, ਪਛਾਣ ਗਿਆ ਗੁਰੂ ਨੂੰ। ਗੁਰੂ ਦੇ ਵਿੱਚ ਉਹਨੂੰ ਦਰਸ਼ਨ ਹੋਏ ਆਪਣੇ ਇਸ਼ਟ ਦੇ ਕਹਿ ਲਓ। ਕਹਿੰਦੇ ਔਰਨ ਤੈ ਵੀ ਪ੍ਰੇਰਕ ਰਾਵੇ, ਮਹਾਰਾਜ ਦੀ ਸੇਵਾ ਵਿੱਚ ਜੁਟ ਗਿਆ। ਹੋਰਨਾਂ ਨੂੰ ਵੀ ਪ੍ਰੇਰਦਾ ਹੈ ਵੀ ਮਹਾਰਾਜ ਦੀ ਸੇਵਾ ਕਰੋ, ਇਹਨਾਂ ਦੇ ਦਰਸ਼ਨ ਕਰੋ ਜੀ। ਵਿਪਲ ਬਿਸਦੇ ਕਿਹੁਤੀ ਹਵੇਲੀ, ਸ਼ਹਿਰ ਵਿੱਚ ਤਿਸ ਕੀਰ ਨਵੇਲੀ। ਉਹਦੇ ਕੋਲੇ ਇੱਕ ਵੱਡੀ ਲੰਮੀ ਚੌੜੀ ਹਵੇਲੀ ਸੀਗੀ, ਚੰਗਾ ਖੁੱਲਾ ਘਰ ਕਹਿ ਲਓ, ਔਰ ਬਹੁਤ ਖੁੱਲੀ ਸੀਗੀ ਉਹਦੇ ਕੋਲੇ ਹਵੇਲੀ। ਸ਼ਹਿਰ ਦੇ ਵਿੱਚ ਉਹਦੀ ਉਹ ਜਗ੍ਹਾ ਸੀਗੀ ਜਿਹੜੀ ਬਹੁਤ ਸੋਹਣੀ ਸੀ, ਬੜੀ ਨਵੀਂ ਬਣੀ ਜੀ। ਤਿਸ ਮੈਂ ਗੁਰ ਹੈ ਲਿਜਾਏ ਉਤਾਰਾ, ਰਖੇ ਟਿਕਾਏ ਪ੍ਰੇਮ ਕਰ ਭਾਰਾ। ਇਹ ਮਹਾਰਾਜ ਨੂੰ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਵਾਸ ਪ੍ਰੇਮ ਕੇ ਪ੍ਰਭ ਗੁਰ ਸੰਤਾ, ਗਾਵਤ ਵੇਦ ਪੁਰਾਣ ਅਨੰਤਾ। ਮਹਾਰਾਜ ਦੀ ਸੇਵਾ ਕਰਦਾ ਰਹਿੰਦਾ, ਮਹਾਰਾਜ ਦੀ ਸੇਵਾ ਕਰਦਾ, ਰਸਨਾ ਚੋਂ ਗੁਣ ਗਾਉਂਦਾ ਹੈ। ਮੇਲਾ ਲੱਗਿਓ ਗੁਰੂ ਦਰ ਰਹਿ, ਨਰ ਨਾਰੀ ਮਨ ਬਾਛਤ ਪੈ। ਜਦੋਂ ਮਹਾਰਾਜ ਇੱਥੇ ਆਏ ਤੇ ਇੱਥੇ ਮੇਲਾ ਲੱਗ ਗਿਆ। ਮਹਾਰਾਜ ਦੇ ਦਰਸ਼ਨ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਆਉਣ ਲੱਗੀਆਂ, ਗੁਰੂ ਚਰਨਾਂ ਦੇ ਵਿੱਚ ਆ ਕੇ ਨਮਤਮਸਤਕ ਹੋਣ ਲੱਗੇ, ਭੇਟਾਵਾਂ ਚੜਨ ਲੱਗੀਆਂ ਹਨ। ਦੋਹਰਾ ਤੇਰੇ ਸ਼ਹਿਰ ਬੁਰਹਾਨਪੁਰ, ਕਲਗੀ ਤਰੈ ਨਿਹਾਰ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬੁਰਹਾਨਪੁਰ ਠਹਿਰੇ, ਵਿਸ਼ਰਾਮ ਕਰਿਓ ਵਿਸ਼ਰਾਮਨੈ, ਗੁਰ ਪਦ ਬਦਨ ਜੋਹਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਰੁਕੇ ਹੋਏ ਹਨ। ਸਵਈਆ ਜਨਨੀ ਜਗ ਕੀ ਮਨਪੁਰ ਤੈ, ਭਨਨੀ ਨਿਰਗਾਮੰਗ ਸੰਤ ਕਤੰਬੈ। ਗਿਆਨੀ ਗਿਆਨ ਸਿੰਘ ਜੀ ਇੱਥੇ ਬਹੁਤ ਸੁੰਦਰ ਲਿਖਦੇ ਨੇ ਵੀ ਜਦੋਂ ਸਤਿਗੁਰੂ ਜੀ ਇੱਥੇ ਰੁਕੇ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਪਰਸੋਂ ਵੀ ਤੁਹਾਡੇ ਸਾਹਮਣੇ ਕਰਜ ਕੀਤੀ ਸੀ, ਬਹਾਦਰ ਸ਼ਾਹ ਮਹਾਰਾਜ ਦੇ ਨਾਲ ਨੇੜਤਾ ਰੱਖ ਰਿਹਾ। ਉਹਦੇ ਕੁਝ ਕਾਰਨ ਨੇ, ਉਹ ਕਾਰਨ ਵੀ ਤੁਹਾਡੇ ਨਾਲ ਸਾਂਝੇ ਕੀਤੇ ਸੀ। ਵੀ ਵੱਡਾ ਕਾਰਨ ਇਹ ਸੀ ਕਿਉਂਕਿ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਬਾਦਸ਼ਾਹ ਬਣਿਆ ਸੀ, ਉਹਨੂੰ ਤਖਤ ਨਸੀਬ ਹੋਇਆ ਸੀ। ਦੂਜਾ ਵੱਡਾ ਕਾਰਨ ਇਹ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ, ਔਰ ਉਹਦੇ ਤੋਂ ਵੀ ਕਿਤੇ ਨਾ ਕਿਤੇ ਬਹਾਦਰ ਸ਼ਾਹ ਜਿਹੜਾ ਚੇਪ ਮੰਨਦਾ ਸੀ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਜੋ ਕੁਝ ਪੰਜਾਬ ਚ ਆ ਕੇ ਕੀਤਾ, ਚਲੋ ਇੱਥੇ ਲਿਖਣ ਲੱਗੇ ਨੇ। ਜਦੋਂ ਸਤਿਗੁਰੂ ਉੱਥੇ ਰੁਕੇ ਹੋਏ ਹਨ। ਦੋਹਰਾ ਬੰਦੇ ਕੀ ਤਾਰੀਫ ਸੋਣਾ, ਗੁਰ ਨਦੇੜ ਜਿਮ ਜਾਹੇ। ਭਾਈ ਸਾਹਿਬ ਕਹਿੰਦੇ ਨੇ, ਕਹਿੰਦੇ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ, ਮਾਧੋ ਦਾਸ ਬੈਰਾਗੀ ਦੇ ਬਾਰੇ ਸਤਿਗੁਰਾਂ ਨੂੰ ਇੱਥੇ ਪਤਾ ਲੱਗਿਆ ਸੀ। ਇੱਥੇ ਉਹਦੀਆਂ ਬੜੀਆਂ ਤਾਰੀਫਾਂ ਸੁਣੀਆਂ ਜੀ। ਬੰਦੇ ਕੋ ਮਿਲਾਪ ਹੋਏ, ਸੁਣੋ ਗਾਥ ਅਬ ਜਾਹੇ। ਇਹ ਕਥਾ ਦੇ ਪ੍ਰੇਮੀਓ, ਹੁਣ ਤੁਸੀਂ ਉਹ ਪ੍ਰਸੰਗ ਸੁਣੋ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਦਾ ਸਿੰਘ ਬਹਾਦਰ ਜਾਂ ਮਾਧੋ ਦਾਸ ਬੈਰਾਗੀ ਕਿਵੇਂ ਮਿਲਦਾ, ਗੁਰੂ ਸਾਹਿਬ ਦੇ ਨਾਲ ਉਹਦਾ ਮਿਲਨ ਕਿਵੇਂ ਹੁੰਦਾ, ਮੈਨੂੰ ਪਤਾ ਹੈ, ਤੁਸੀਂ ਪਿੱਛੇ ਸਰਵਣ ਕਰ ਚੁੱਕੇ ਹੋ। ਆਪਾਂ ਇਹ ਚੈਪਟਰ, ਇਹ ਪ੍ਰਸੰਗ ਸਰਵਣ ਕੀਤਾ, ਪਰ ਭਾਈ ਸਾਹਿਬ ਜੀ ਨਵਾਂ ਗ੍ਰੰਥ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਪਿਛੋਕੜ ਦੇ ਰਹੇ ਨੇ ਉਹ ਸੰਖੇਪ ਦੇ ਵਿੱਚ, ਤਾਂ ਕਿ ਜਿਹੜੇ ਨਵੇਂ ਸਰੋਤੇ ਨੇ, ਜਿਹੜੇ
ਜਿਹੜੇ ਨਵੇਂ ਪਾਠਕ ਨੇ ਉਹਨਾਂ ਨੂੰ ਪਤਾ ਲੱਗ ਜਾਏ। ਮੈਂ ਸੰਖੇਪ ਦੇ ਵਿੱਚ ਹੀ ਬੇਨਤੀ ਕਰਕੇ ਅਗਾਂਹ ਲੰਘ ਜਾਵਾਂਗਾ। ਔਰ ਇੱਥੇ ਪਰ ਉਹ ਜ਼ਿਕਰ ਭਾਈ ਸਾਹਿਬ ਨੇ ਰਿਪੀਟ ਕੀਤਾ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਮਿਲਨ ਹੋਇਆ, ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਕੋਲੇ ਪਹੁੰਚੇ। ਇਸ ਅਧਿਆਏ ਦੇ ਵਿੱਚ ਮੈਂ ਇਹ ਸਾਰਾ ਜ਼ਿਕਰ ਕਰਨ ਲੱਗਿਆ ਹਾਂ। ਪਾਦੜੀ ਛੰਦ ਜਬ 20 ਕ ਦਿਨ ਤੈ ਗਏ ਬੀਤ, ਇਕ ਆਇਓ ਔਰੈ ਤਬੈ ਅਤੀਤ। ਜਦੋਂ ਮਹਾਰਾਜ ਨੂੰ ਇੱਥੇ 20 ਦਿਨ ਹੋ ਗਏ ਨੇ, ਇੱਥੇ 15-20 ਦਿਨ ਮਹਾਰਾਜ ਰਹੇ ਨੇ ਇੱਥੇ ਬੁਰਹਾਨਪੁਰ। ਜਦੋਂ ਮਹਾਰਾਜ ਨੂੰ ਕਈ ਦਿਨ ਹੋ ਗਏ, ਇੱਥੇ ਮਹਾਰਾਜ ਜੀ ਦੇ ਕੋਲ ਇੱਕ ਹੋਰ ਸਾਧੂ ਆਇਆ, ਇੱਕ ਤਿਆਗੀ ਆਇਆ, ਬਿਰਕਤ ਮਹੰਤ ਆਇਆ। ਹਾਂਜੀ। ਦਾਦੂ ਦੁਆਰੇ ਕੁਮਹੰਤ ਬੜ ਜੈਤ ਰਾਮ ਅਤ ਨੇਕ ਸੰਤ। ਉਹਦਾ ਨਾਮ ਸੀ ਜੈਤ ਰਾਮ। ਉਹ ਵੀ ਮਹਾਰਾਜ ਨੂੰ ਆ ਕੇ ਮਿਲਿਆ ਹੈ। ਗੋਰੇ ਉਤਰ ਗਏ ਗੇ ਗਾਮ ਤਾਹੇ ਉਨ ਕੀਨੀ ਥੀ ਬੋ ਸੇਵ ਚਾਹੇ। ਉਹ ਮਹਾਰਾਜ ਨੂੰ ਆਪਣੇ ਥਾਂ ਤੇ ਵੀ ਲੈ ਕੇ ਗਿਆ ਸੀਗਾ, ਦਾਦੂ ਦੁਆਰੇ ਵੀ ਗਿਆ ਸੀ ਉਹ ਲੈ ਕੇ। ਮਹਾਰਾਜ ਉੱਥੇ ਗਏ ਵੀ ਸੀ, ਬੜੀ ਖੇਡ ਬਣੀ ਸੀ ਉੱਥੇ। ਚਲੋ ਉਹਨੇ ਮਹਾਰਾਜ ਦੀ ਰੱਜ ਕੇ ਸੇਵਾ ਕੀਤੀ ਜੀ। ਸੋ ਸਭ ਪ੍ਰਸੰਗ ਗੁਰ ਗਾਥ ਮਾਹੇ, ਹਮ ਗਾਏ ਚੁੱਕੇ ਹੈ ਪਿਖੋ ਤਾਹੇ। ਗਿਆਨੀ ਜੀ ਲਿਖਦੇ ਨੇ, ਕਹਿੰਦੇ ਉਹ ਪ੍ਰਸੰਗ ਮੈਂ ਪਿਛਲੇ ਇਤਿਹਾਸ ਵਿੱਚ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਹਾਂ। ਥੇ ਸੇਵਕ ਤਿਸ ਕੇ ਤਹ ਪੂਰ, ਇਸ ਹੇਤ ਗਇਓ ਵੈ ਤਹ ਜਰੂਰ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਇੱਛਾ ਮੁਤਾਬਕ ਉਹਨਾਂ ਦੇ ਕੋਲੇ ਪਹੁੰਚੇ ਜੀ। ਜਬ ਪਹੁੰਚਿਓ ਪੁਰ ਬੁਰਹਾਨ ਵਾਹੇ, ਹੁਣ ਸੁਣੇ ਗੁਰੂ ਉਤਰੇ ਸੋ ਤਾਹੇ। ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਤਾ ਲੱਗਿਆ ਉਹਨਾਂ ਨੂੰ ਵੀ ਬੁਰਹਾਨਪੁਰ ਮਹਾਰਾਜ ਸਤਿਗੁਰੂ ਜੀ ਉਤਰੇ ਹੋਏ ਨੇ, ਨਿਜ ਚੇਲਿਓ ਟਿਗ ਉਹਨੂੰ ਗੁਰੂ ਕੇਰ, ਜੁਤ ਮਹਿਮਾ ਕਹਿਓ ਪ੍ਰਸੰਗ ਢੇਰ। ਮਹਾਰਾਜ ਨੂੰ ਆ ਕੇ ਬਹੁਤ ਸਾਰੇ ਲੋਕ ਮਿਲਦੇ ਸੀ, ਜਗਿਆਸੂ ਵੀ ਮਿਲਦੇ ਸੀ, ਬਹਿਸ ਕਰਨ ਵਾਲੇ ਵੀ ਮਿਲਦੇ ਸੀ। ਜਿਹੜੇ ਬਹਿਸ ਕਰਨ ਵਾਲੇ ਜਿਵੇਂ ਪੰਡਤ ਲੋਕ ਸੀਗੇ, ਗਿਆਨੀ ਲੋਕ, ਉਹ ਵੀ ਮਹਾਰਾਜ ਨਾਲ ਆ ਕੇ ਚਰਚਾ ਕਰਦੇ ਸੀ। ਕਈ ਸ਼ੰਕਾਵਾਦੀ ਲੋਕ ਵੀ ਆ ਕੇ ਮਿਲਦੇ ਸੀ। ਤਮਾਮ ਤਰ੍ਹਾਂ ਦੇ ਲੋਕਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਨ ਹੁੰਦਾ ਸੀ। ਇਸੇ ਤਰ੍ਹਾਂ ਕਿੰਨੇ ਮਹੰਤਾਂ ਦਾ ਜ਼ਿਕਰ ਆਇਆ ਹੈ। ਲੈ ਸਭ ਕੋ ਸੰਗ ਪ੍ਰਸਾਦ ਸਾਰ, ਗੁਰ ਪਾਸ ਆਇਓ ਅਹਲਾਦ ਧਾਰ। ਕਹਿ ਸਤ ਰਾਮ ਉਨ ਨਮੋ ਕੀਨ, ਭੁਜਤੇ ਗਹਿ ਗੁਰੈ ਬਿਠਾਏ ਲੀਨ। ਉਹ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਆਇਆ, ਕੁਝ ਪ੍ਰਸਾਦ ਲੈ ਕੇ ਆਇਆ, ਮੱਥਾ ਟੇਕ ਕੇ ਹੇਠਾਂ ਬੈਠਣ ਲੱਗਿਆ। ਮਹਾਰਾਜ ਨੇ ਉਹਦੀ ਬਾਹ ਫੜੀ, ਭੁਜਤੇ ਗਹਿ ਗੁਰੈ ਬਿਠਾਏ ਲੀਨ। ਮਹਾਰਾਜ ਨੇ ਬਿਲਕੁਲ ਆਪਣੇ ਨਾਲ ਬਿਠਾ ਲਿਆ, ਕੋਲ ਬਿਠਾ ਲਿਆ ਜੀ। ਕੁਸਲਾ ਆਨੰਦ ਤੋਏ ਦਿਸ ਬੁਝ ਨੀਕ, ਮਿਲ ਭਈ ਪਰਸ ਪਰ ਮੋਦ ਠੀਕ। ਮਹਾਰਾਜ ਨੇ ਉਹਦਾ ਹਾਲ ਚਾਲ ਸੁਖ ਸ਼ਾਂਤ ਪੁੱਛਿਆ, ਮਿਲ ਭੈ ਪਰਸ ਪਰ ਮੋਦ ਠੀਕ। ਮਹਾਰਾਜ ਦੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਬਣਦਾ ਸਤਿਕਾਰ ਬਖਸ਼ਿਆ ਹੈ। ਤਬ ਜਿਉਣ ਦਾਸ ਟਿਕ ਜੈਤ ਰਾਮ, ਨਿਜ ਗਾਤ ਸੁਣਾਈਐ ਤਮਾਮ। ਦੇਖੋ ਇੱਥੇ ਹੀ ਸੀਗਾ ਜੀਵਨ ਦਾਸ, ਇੱਕ ਹੋਰ ਉਹ ਇੱਥੇ ਹੀ ਰਹਿੰਦਾ ਸੀ। ਉਹਨੇ ਫਿਰ ਆਪਣੀ ਜਿਵੇਂ ਸਾਰੀ ਘਟਨਾ ਜੋ ਵਾਪਰੀ ਸੀ ਉਹ ਸਾਰੀ ਮਹਾਰਾਜ ਨਾਲ ਸਾਂਝੀ ਕੀਤੀ ਜੀ। ਜਿਉ ਗੁਰ ਕੇ ਬਾਜੋ ਨੇ ਜਮਾਰ ਥੀ, ਖਾਈ ਗਾਈ ਸੋ ਜਸ ਨਾਰ। ਇਸ ਤਰ੍ਹਾਂ ਗੁਰੂ ਮਹਾਰਾਜ ਕੁਝ ਦਿਨ ਉੱਥੇ ਰਹੇ, ਉਹਦੇ ਪਾਸ ਰਹੇ, ਉਹਦੀਆਂ ਕਈ ਤਰ੍ਹਾਂ ਦੇ ਜਿਹੜੇ ਸ਼ੰਕੇ ਸੀ ਉਹਨਾਂ ਦੀ ਨਿਵਰਤੀ ਕੀਤੀ ਹੈ। ਇੱਕ ਦਿਨ ਉਨ ਬੁਝੋ ਹਾਥ ਜੋਰ, ਅਬ ਜਾਹਵੋਗੇ ਗੁਰ ਕੌਣ ਔਰ। ਚਲੋ ਬਹੁਤ ਸੰਖੇਪ ਦੇ ਵਿੱਚ ਜਦੋਂ ਮਹਾਰਾਜ ਕੁਝ ਦਿਨਾਂ ਤੋਂ ਬਾਅਦ ਅਗਾਂਹ ਜਾਣ ਦੀ ਤਿਆਰੀ ਕਰਨ ਲੱਗੇ ਨਾ, ਉਹਨੇ ਹੱਥ ਜੋੜ ਕੇ ਪੁੱਛ ਲਿਆ, ਕਹਿੰਦਾ ਮਹਾਰਾਜ ਹੁਣ ਤੁਸੀਂ ਇੱਥੋਂ ਅਗਾਂਹ ਕਿੱਧਰ ਨੂੰ ਜਾਣਾ? ਪਿੱਛੋਂ ਵੀ ਪੁੱਛਿਆ ਨਾ ਵੀ ਤੁਸੀਂ ਕਿੱਥੋਂ ਆਏ ਹੋ। ਮਹਾਰਾਜ ਨੇ ਦੱਸਿਆ ਵੀ ਅਸੀਂ ਪੰਜਾਬ ਤੋਂ ਆਏ ਆ। ਉਹ ਸਾਰਾ ਕੁਝ ਦੱਸ ਕੇ ਵੀ ਹੁਣ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ, ਅੱਗੇ ਤੁਸੀਂ ਕਿੱਥੇ ਜਾਣਾ ਹੈ। ਮਹਾਰਾਜ ਨੂੰ ਜਦੋਂ ਉਹਨੇ ਪੁੱਛਿਆ, ਕਹਿੰਦਾ ਮਹਾਰਾਜ ਕਿੱਧਰਲੇ ਪਾਸੇ ਨੂੰ ਜਾਣ ਦਾ ਪ੍ਰੋਗਰਾਮ ਤੁਹਾਡਾ ਹੈਗਾ ਹੈ। ਕਰੋ ਪਾਵਨ ਸੋ ਨਗਰ ਦੇਸ, ਜਗ ਹੈ ਜਹ ਜੀਵਨ ਪੁੰਨ ਵੇਸ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ, ਕਹਿੰਦਾ ਮਹਾਰਾਜ ਕਿੰਨਾ ਕਿੰਨਾ ਲੋਕਾਂ ਤੇ ਕਿਰਪਾ ਕਰਨ, ਕਿਹੜੇ ਕਿਹੜੇ ਪਾਸੇ ਨੂੰ ਚੱਲਣਾ ਹੈ। ਸੁਣ ਬੋਲੇ ਸਤਿਗੁਰ ਇਹ ਹਰਪ, ਹਮ ਜਾਵੇਂਗੇ ਨਾ ਡੇਢ ਤਰਫ। ਹਾਂ ਹੁਣ ਸੁਣਿਓ, ਮਹਾਰਾਜ ਉਹਨੂੰ ਕਹਿਣ ਲੱਗੇ, ਕਹਿੰਦੇ ਭਾਈ ਅਸੀਂ ਵੈਸੇ ਤੇ ਪ੍ਰਮਾਤਮਾ ਜਿੱਧਰ ਲੈ ਜਾਏਗਾ ਉਧਰ ਜਾਵਾਂਗੇ, ਕਿਉਂਕਿ ਆਪਣੇ ਵੱਸ ਤਾਂ ਹੈ ਨਹੀਂ ਨਾ ਕੁਝ। ਮਤਾ ਕਰੇ ਪੱਛਮ ਕੈ ਤਾਹੀਂ ਪੂਰਬ ਹੀ ਲੈ ਜਾਤ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ
ਸੱਚ ਹੈ, ਸੱਚ ਤੇ ਹੈ ਵੀ ਸਾਡੇ ਵਸ ਨਹੀਂ ਹੈ ਵੀ ਅਸੀਂ ਕਿੱਧਰ ਨੂੰ ਜਾਣਾ, ਜਿੱਧਰ ਨੂੰ ਪ੍ਰਮਾਤਮਾ ਲੈ ਜਾਂਦਾ ਉਧਰ ਨੂੰ ਮਨੁੱਖ ਚਲਾ ਜਾਂਦਾ ਹੈ। ਔਰ ਪਰ ਗੁਰੂ ਮਹਾਰਾਜ ਕਹਿੰਦੇ ਉਂਝ ਸਾਡਾ ਪ੍ਰੋਗਰਾਮ ਜਿਹੜਾ ਹੈ ਨਾ ਉਹ ਹੈਗਾ ਨਾਂਦੇੜ ਵੱਲ ਨੂੰ ਜਾਣ ਦਾ। ਮਹਾਰਾਜ ਸੱਚੇ ਪਾਤਸ਼ਾਹ ਬੁਰਹਾਨਪੁਰ ਠਹਿਰੇ ਹੋਏ ਨੇ, ਉੱਥੇ ਕਹਿਣ ਲੱਗੇ ਉਹ ਉਦੋਂ ਬਾਅਦ ਦਾਦੂ ਦੁਆਰੇ ਤੇ ਗਏ, ਉੱਥੇ ਜੈਤ ਰਾਮ ਨੇ ਪੁੱਛਿਆ ਜਿਵੇਂ ਵੀ ਜ਼ਿਕਰ ਆ ਰਿਹਾ ਹੈ, ਮਹਾਰਾਜ ਕਹਿੰਦੇ ਅਸੀਂ ਇਸ ਤੋਂ ਅੱਗੇ ਨਾਂਦੇੜ ਵਾਲੇ ਪਾਸੇ ਨੂੰ ਜਾਣਾ ਹੈ। ਨਿਜ ਮਾਤ ਪਿਤਾ ਕੇ ਪਿੰਡ ਦਾਨ ਕਰ ਹੈ ਵਿਵਹਾਰਕ ਰੀਤ ਜਾਣ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਅਸੀਂ ਉਹ ਗੋਦਾਵਰੀ ਦੇ ਵੱਲ ਨੂੰ ਜਾਣਾ ਹੈ, ਸੁਣ ਕੇ ਤਬ ਬੋਲਿਓ ਜਿਉਣ ਦਾਸ। ਉਹ ਹੱਥ ਜੋੜ ਕੇ ਇੱਕਦਮ ਮਹਾਰਾਜ ਨੂੰ ਮੋੜ ਕੇ ਜੀਵਨ ਦਾਸ ਨਾਮ ਦਾ ਉਹ ਮਹੰਤ ਜਿਹੜਾ ਕਹਿਣ ਲੱਗਿਆ ਹੈ, ਹਿਤ ਲੋਗਣ ਕੇ ਕਲਿਆਣ ਚੀਨ ਜੋ ਜੋ ਜਨ ਸ੍ਰੇਸ਼ਟ ਕਰਤ ਕਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਉਹਨੇ ਹੱਥ ਜੋੜ ਕੇ ਉਸੇ ਵੇਲੇ ਆਖਿਆ, ਕਹਿੰਦੇ ਮਹਾਰਾਜ ਵੈਸੇ ਤਾਂ ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਕਿੱਥੇ ਜਾ ਕੇ ਕਿਹਦੇ ਕੰਮ ਸਵਾਰਨੇ ਨੇ, ਕਿਹਦੇ ਤੇ ਕਿਰਪਾ ਕਰਨੀ ਹੈ, ਪਰ ਜਦੋਂ ਤੁਸੀਂ ਨਾਂਦੇੜ ਦਾ ਜ਼ਿਕਰ ਕੀਤਾ ਨਾ ਵੀ ਗੋਦਾਵਰੀ ਨਦੀ ਵਾਲੇ ਪਾਸੇ ਜਾਣਾ, ਉਹ ਜੈਤ ਰਾਮ ਕਹਿਣ ਲੱਗਿਆ ਹੈ। ਤਬ ਜੈਤ ਰਾਮ ਨੇ ਹੱਥ ਜੋੜ ਇਮ ਲਰਜ ਅਰਜ ਕੀਨੀ ਬਹੁਰ। ਕਹਿੰਦਾ ਮਹਾਰਾਜ ਮੇਰੀ ਬੇਨਤੀ ਹੈ ਤੁਹਾਨੂੰ, ਮੇਰੀ ਅਰਜ ਹੈਗੀ ਹੈ, ਤੁਮ ਕਹਿਓ ਜੋ ਤਰਫ ਨਦੇੜ ਜਾਣਤੈ ਬਲ ਸੰਭਾਲ ਜਈਓ ਮਹਾਨ। ਉਹ ਕਹਿੰਦਾ ਮਹਾਰਾਜ ਜਿਹੜਾ ਤੁਸੀਂ ਨੰਦੇੜ ਨੂੰ ਜਾਣ ਦੀ ਗੱਲ ਕਰ ਰਹੇ ਹੋ ਨਾ, ਉਹ ਕਹਿੰਦਾ ਮਹਾਰਾਜ ਸੰਭਲ ਕੇ ਜਾਇਓ, ਵੈਸੇ ਤਾਂ ਜਾਓ ਨਾ ਉਧਰ। ਇਹ ਤੁਸੀਂ ਪ੍ਰਸੰਗ ਸਰਵਣ ਕਰ ਲਿਆ ਸੀ, ਮੈਂ ਸੰਖੇਪ ਚ ਹੀ ਬੇਨਤੀ ਕਰ ਰਿਹਾ। ਮਹਾਰਾਜ ਨੂੰ ਹੱਥ ਜੋੜ ਕੇ ਕਹਿੰਦਾ ਹੈ, ਅਰ ਰਹਿਓ ਅਧਿਕ ਹੁਸ਼ਿਆਰ ਹੋਏ ਮਤ ਤਾਹਾਂ ਸ਼ਰਮ ਕਿਛ ਹਾਰ ਹੋਏ। ਉਹ ਕਿਉਂ ਕਹਿੰਦਾ? ਕਹਿੰਦਾ ਮਹਾਰਾਜ ਪਹਿਲਾਂ ਤਾਂ ਜਾਓ ਨਾ, ਜੇ ਤੁਸੀਂ ਜਾਣਾ ਹੀ ਹੈ ਤਾਂ ਸੰਭਲ ਕੇ ਜਾਇਓ, ਐਨ ਹੁਸ਼ਿਆਰ ਰਹਿਓ, ਤੁਸੀਂ ਸੁਚੇਤ ਰਹਿਓ। ਅਰ ਰਹੀਓ ਅਧਿਕ ਹੁਸ਼ਿਆਰ ਹੋਏ, ਕੁਝ ਜ਼ਿਆਦਾ ਤੁਹਾਨੂੰ ਹੁਸ਼ਿਆਰੀ ਤੋਂ ਕੰਮ ਲੈਣਾ ਪੈਣਾ। ਮਤ ਤਾਹਾਂ ਸ਼ਰਮ ਕੇ ਸਹਾਰ ਹੋਏ, ਮਹਾਰਾਜ ਕਿਤੇ ਉੱਥੇ ਖੇਡ ਪੁੱਠੀ ਨਾ ਪੈ ਜਾਏ। ਉਹ ਡਰਿਆ ਹੋਇਆ, ਘਬਰਾਇਆ ਹੋਇਆ ਮਹਾਰਾਜ ਨੂੰ ਕਹਿ ਰਿਹਾ ਹੈ ਸਾਧ ਅਜਮਤੀ ਤਹਾਂ ਏਕ ਜੈ ਭੂਤ ਪ੍ਰੇਤ ਤਾਂਬੈ ਅਨੇਕ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਜੀ ਮੈਂ ਤਾਂ ਕਹਿ ਰਿਹਾ ਵੀ ਜਿੱਧਰ ਨੂੰ ਜਾਣ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਮਹਾਰਾਜ, ਉਧਰ ਇੱਕ ਕਰਾਮਾਤੀ ਸਾਧੂ ਰਹਿੰਦਾ ਹੈ, ਬਹੁਤ ਕਰਾਮਾਤਾਂ ਨੇ ਉਹਦੇ ਕੋਲੇ, ਬੜੀਆਂ ਸ਼ਕਤੀਆਂ ਨੇ। ਕਿਉਂਕਿ ਦੇਖੋ ਮੈਂ ਇੱਕ ਵਾਰ ਫਿਰ ਤੁਹਾਡੇ ਸਨਮੁਖ ਬੇਨਤੀ ਕਰਦੇ ਆ, ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਸ਼ੁਰੂ ਹੋ ਰਿਹਾ, ਉਹਦਾ ਇਤਿਹਾਸ ਸ਼ੁਰੂ ਹੋਇਆ ਤੇ ਉਹਦੇ ਪਿੱਛੋਂ ਤੋਂ ਭਾਈ ਸਾਹਿਬ ਸ਼ੁਰੂ ਕਰ ਰਹੇ ਨੇ, ਐਨ ਸ਼ੁਰੂ ਤੋਂ ਲੈ ਕੇ ਕਿਵੇਂ ਗੁਰੂ ਸਾਹਿਬ ਜੀ ਦਾ ਮਿਲਨ ਹੁੰਦਾ ਉਹਦੇ ਨਾਲ। ਇੱਥੋਂ ਕਹਿੰਦੇ ਨੇ ਜਦੋਂ ਸਾਧੂ ਨੇ ਆਖਿਆ, ਕਹਿੰਦਾ ਮਹਾਰਾਜ ਉਧਰ ਇੱਕ ਕਰਾਮਾਤੀ ਸ਼ਕਤੀਆਂ ਵਾਲਾ ਸਾਧੂ ਹੈਗਾ ਹੈ, ਤਿਸ ਕਾ ਹੈ ਮਾਧੋ ਦਾਸ ਨਾਮ ਵੈ ਭੀਖ ਬੈਸਨੋ ਬਿਦਤ ਆਮ। ਕਹਿੰਦਾ ਮਹਾਰਾਜ ਉਹਦੇ ਅਧੀਨ ਕਈ ਗੁਪਤ ਸ਼ਕਤੀਆਂ ਨੇ, ਭੂਤ ਪ੍ਰੇਤ ਇਤਿਆਦਿਕ ਉਹਦੇ ਕੋਲ ਨੇ। ਤਿਸ ਕਾ ਨਾਮ ਮਾਧੋ ਦਾਸ, ਮਾਧੋ ਦਾਸ ਉਹਦਾ ਨਾਮ ਹੈ। ਬਹਿ ਭੇਖ ਬੈਸਨੋ ਬਿਦਤ ਆਮ, ਉਹ ਬਹੁਤ ਮਸ਼ਹੂਰ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੀ ਬਹੁਤ ਚੜ੍ਹਾਈ ਹੈਗੀ ਹੈ। ਗੁਰੂ ਮਹਾਰਾਜ ਜੀ ਨੂੰ ਕਹਿ ਰਿਹਾ ਹੈ, ਤਹਿ ਦੁਤੀ ਨਾਮ ਨਾਰਾਇਣ ਦਾਸ ਲਛਮਣ ਬਾਲਾ ਪੀ ਬਿਦਤ ਖਾਸ। ਮਹਾਰਾਜ ਉਹਦੇ ਹੋਰ ਵੀ ਕਈ ਨਾਮ ਨੇ। ਮਾਧੋ ਦਾਸ ਦੇ ਕਿੰਨੇ ਨਾਮ ਸੀ ਨੇ, ਕਿੰਨੇ ਨਾਮ ਬਦਲੇ ਨੇ। ਬਚਪਨ ਦਾ ਨਾਮ ਲਛਮਣ ਦਾਸ ਹੈ ਵੈਸੇ ਤਾਂ, ਇਸ ਕਰਕੇ ਕਹਿੰਦੇ ਲਛਮਣ ਬਾਲਾ ਵੀ ਬਿਦਤ ਖਾਸ, ਇਹ ਵੀ ਉਹਦਾ ਨਾਮ ਹੈ। ਦੁਤੀ ਨਾਮ ਨਾਰਾਇਣ ਦਾਸ, ਇਹ ਵੀ ਉਹਦਾ ਨਾਮ ਹੈ। ਕਹਿਣ ਲੱਗੇ ਉਹਨੂੰ ਮਾਧੋ ਦਾਸ ਵੀ ਕਿਹਾ ਜਾਂਦਾ ਹੈ। ਧਾਬੇ ਹੈ ਤਿਸ ਕੇ ਪਾਂਚ ਵੀਰ ਜੋ ਕਹਿਤ ਕਰਤ ਸੋ ਵਹੀ ਧੀਰ। ਮਹਾਰਾਜ ਉਹਦੇ ਉੱਥੇ ਪੰਜ ਉਹਦੇ ਬਸ ਸੂਰਵੀਰ ਨੇ, ਬੜੇ ਤਕੜੇ, ਜੋ ਉਹਨਾਂ ਨੂੰ ਕਹਿੰਦਾ ਉਹ ਕਰਦੇ ਨੇ, ਉਹਦੇ ਹੁਕਮ ਦੇ ਵਿੱਚ ਰਹਿੰਦੇ ਹਨ। ਜੋ ਸਾਧਤਾ ਹੈ ਕਿ ਧਾਮ ਜਾਤ ਵੈ ਪ੍ਰਥਮ ਸੇਵਤੀ ਤਿਸ ਕੇ ਕਮਾਤ। ਜਿਹੜੀ ਵੱਡੀ ਗੱਲ ਹੈ ਉਹਨੇ ਮਹਾਰਾਜ ਨੂੰ ਇਹ ਆਖਿਆ, ਕਹਿੰਦੇ ਮਹਾਰਾਜ ਮੈਂ ਤੁਹਾਨੂੰ ਤਾਂ ਕਹਿ ਰਿਹਾ ਵੀ ਉਧਰ ਨੂੰ ਨਾ ਜਾਓ। ਦੇਖੋ ਬੜਾ ਵੱਡਾ ਸਵਾਲ ਖੜਾ ਹੋ ਰਿਹਾ ਵੀ ਜੇ ਸਾਧੂ ਹੈ ਕਰਾਮਾਤੀ ਸ਼ਕਤੀਆਂ ਵਾਲਾ ਸਾਧੂ ਹੈ, ਉਹਦੇ ਕੋਲੇ ਬੜੀਆਂ ਗੁਪਤ ਸ਼ਕਤੀਆਂ ਨੇ, ਬੜੇ ਉਹਦੇ ਕੋਲੇ ਉਸ ਤਰ੍ਹਾਂ ਦੇ ਯੰਤਰ ਮੰਤਰ ਨੇ, ਫਿਰ ਮਹਾਰਾਜ ਨੂੰ ਭਲੇ ਜੀਵਨ ਦਾਸ ਕਿਉਂ ਕਹਿ ਰਿਹਾ ਵੀ ਨਾ ਜਾਓ? ਸਾਧੂ ਸ਼ਕਤੀਆਂ ਵਾਲਿਆਂ ਕੋਲੇ ਜਾਂਦੇ ਨੇ ਲੋਕ, ਜਿਹਦੇ ਕੋਲੇ ਜਿੰਨੀਆਂ ਸ਼ਕਤੀਆਂ ਉਨੀ ਦੁਨੀਆ ਵੱਧ ਆਉਂਦੀ ਉਹਦੇ ਕੋਲੇ। ਪਤਾ ਲੱਗ ਜਾਏ ਵੀ ਪਖੰਡੀ ਹੈ, ਕਰਮਕਾਂਡੀ, ਇਹਦੇ ਕੋਲੇ ਤੇ ਕੱਖ ਵੀ ਨਹੀਂ, ਕੌਣ ਜਾਏਗਾ ਉਹਦੇ ਕੋਲੇ?
ਜਦੋਂ ਆਪਾਂ ਨੂੰ ਪਤਾ ਲੱਗਦਾ ਵੀ ਪਹੁੰਚੇ ਹੋਏ ਨੇ, ਸ਼ਕਤੀਆਂ ਵਾਲੇ ਨੇ ਇਹਨਾਂ ਕੋਲੇ ਤੇ ਇੰਨੀਆਂ ਪਾਵਰਜ ਨੇ ਤੇ ਲੋਕ ਵੱਧ ਆਉਣਗੇ। ਪਰ ਹੁਣ ਉਹ ਕਹਿੰਦਾ ਮਹਾਰਾਜ ਉਹਦੇ ਕੋਲੇ ਬੜੀਆਂ ਸ਼ਕਤੀਆਂ ਨੇ, ਬੜੇ ਉਹਦੇ ਕੋਲੇ ਗੁਪਤ ਰੂਪ ਦੇ ਵਿੱਚ ਉਸ ਤਰ੍ਹਾਂ ਦੀਆਂ ਤਾਕਤਾਂ ਨੇ ਤੇ ਵੀਰ ਉਹਦੇ ਵਸ ਕੀਤੇ ਹੋਏ ਨੇ। ਮਹਾਰਾਜ ਉਧਰ ਨੂੰ ਨਾ ਜਾਓ। ਸਵਾਲ ਇਹ ਹੈ ਵੀ ਰੋਕ ਕਿਉਂ ਰਿਹਾ ਹੈ? ਹੁਣ ਨਿਜ ਪ੍ਰਿਅੰਕ ਬੈਠਾਏ ਤਾਹੇ ਫਿਰ ਦੇਤ ਭੂਮ ਗਿਰ ਵਾਏ ਵਾਹੇ। ਆ ਗੱਲ ਹੈ ਮਹਾਰਾਜ, ਅਸੀਂ ਤਾਂ ਕਹਿ ਰਹੇ ਹਾਂ ਤੁਹਾਨੂੰ ਉਧਰ ਨਾ ਜਾਓ। ਉਹਦਾ ਨਾ ਜਿੱਥੇ ਅਸਥਾਨ ਹੈ ਉਹਦਾ ਇੱਕ ਪਲੰਗ ਹੈ, ਉੱਥੇ ਇੱਕ ਬੈੱਡ ਜਾਂ ਪਲੰਗ ਹੈ ਬਹੁਤ ਜਿਹੜਾ ਉਹਨੇ ਰੱਖਿਆ ਹੋਇਆ। ਫਿਰ ਉਹ ਕੀ ਕਰਦਾ ਹੈ, ਕਹਿੰਦਾ ਜਿਹੜਾ ਵੀ ਕੋਈ ਮਹਾਤਮਾ ਸੰਤ ਕੋਈ ਇਸ ਤਰ੍ਹਾਂ ਦਾ ਉਹਦੇ ਕੋਲੇ ਜਾਂਦਾ ਹੈ ਤੇ ਉਹਨੂੰ ਉਸ ਪਲੰਗ ਦੇ ਉੱਪਰ ਬਿਠਾ ਦਿੰਦੇ ਨੇ। ਉਹ ਪਹਿਲਾਂ ਉਸ ਪਲੰਗ ਦੇ ਉੱਪਰ ਬਿਠਾਇਆ ਜਾਂਦਾ ਹੈ, ਫਿਰ ਦੇਤ ਭੂਮ ਗਿਰਵਾਏ ਵਾਹੇ, ਫਿਰ ਉਹ ਉਲਟਾ ਪਟਕਾ ਕੇ ਜ਼ਮੀਨ ਤੇ ਮਾਰਦਾ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਐਡਵਾਂਸ ਅਗਾਊਂ ਦੱਸ ਰਿਹਾ ਹੈ। ਦੈ ਤਾੜੀ ਕਰ ਹੈ ਅਠ ਹਸਵੈ ਸਾਧ ਦੁਸ਼ਟ ਮਾਧੋ ਜੋ ਦਾਸ। ਕਹਿੰਦੇ ਮਹਾਰਾਜ ਜਦੋਂ ਕੋਈ ਪਲੰਗ ਤੇ ਬੈਠਦਾ ਤੇ ਇਹ ਆਪਣੀਆਂ ਸ਼ਕਤੀਆਂ ਦੇ ਨਾਲ ਮੂਧਾ ਪਟਕਾ ਕੇ ਜ਼ਮੀਨ ਤੇ ਮਾਰਦਾ, ਫਿਰ ਇਹ ਸਾਧ ਨਾ ਤਾੜੀ ਮਾਰ ਮਾਰ ਕੇ ਹੱਸਦਾ, ਮਖੌਲ ਉਡਾਉਂਦਾ ਲੋਕਾਂ ਦਾ, ਲੋਕਾਂ ਨਾਲ ਮਸ਼ਕਰੀਆਂ ਕਰਦਾ ਹੈ ਔਰ ਇਸ ਤਰ੍ਹਾਂ ਲੋਕਾਂ ਦੇ ਮੂੰਹ ਮੱਥੇ ਭੰਨਦਾ। ਫਿਰ ਦੇਤ ਭੂਮ ਗਿਰਵਾਹੇ ਬਾਹੇ, ਪਹਿਲਾਂ ਬਿਠਾਉਂਦਾ ਫਿਰ ਜ਼ਮੀਨ ਦੇ ਉੱਪਰ ਮੰਜਾ ਜਾਂ ਬੈੱਡ ਉਲਟਾ ਦਿੰਦਾ ਤੇ ਫਿਰ ਬਹੁਤ ਹੱਸਦਾ ਹੈਗਾ ਹੈ। ਵੱਡੋ ਮਸ਼ਕਰਾ ਮਹਾਮੂੜ ਜੋ ਪਰਖਤ ਸਾਧਨ ਕੋ ਅਗੂੜ। ਕਹਿੰਦਾ ਮਹਾਰਾਜ ਉਹ ਬੜਾ ਮਸ਼ਕਰਾ ਹੈ, ਮਖੌਲੀਆ ਵੀ ਬੜਾ ਹੈ ਤੇ ਮੂਰਖ ਵੀ ਹੈ। ਜੋ ਪਰਖਤ ਸਾਧਨ ਕੋ ਅਗੂੜ, ਉਹ ਬੜੇ ਬੜੇ ਸਾਧੂਆਂ ਨੂੰ ਏਦਾਂ ਪਰਖਦਾ, ਜਿੰਨੇ ਵੀ ਜਾਂਦੇ ਨੇ ਬੈੱਡ ਤੇ ਬਿਠਾਉਂਦਾ, ਆਪਣੀਆਂ ਸ਼ਕਤੀਆਂ ਦੇ ਨਾਲ ਮੰਜਾ ਮੂਧਾ ਮਰਵਾ ਦਿੰਦਾ, ਅਗਲੇ ਦਾ ਮੂੰਹ ਮੱਥਾ ਭੰਨਿਆ ਜਾਂਦਾ ਤੇ ਹੱਥ ਤੇ ਹੱਥ ਮਾਰ ਕੇ ਹੱਸਦਾ ਹੈਗਾ। ਇਸ ਤਰ੍ਹਾਂ ਦੀਆਂ ਮਸ਼ਕਰੀਆਂ ਕਰਦਾ। ਮਹਾਰਾਜ ਅਸੀਂ ਤੁਹਾਨੂੰ ਤਾਂ ਕਹਿੰਦੇ ਆ ਵੀ ਉਹ ਸਾਧੂ ਦੇ ਵੱਲ ਜਿਹੜਾ ਮਾਧੋ ਦਾਸ ਦਾ ਨਾਮ ਲੈ ਕੇ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਤੁਸੀਂ ਨਾ ਜਾਓ। ਉਹ ਇੱਥੋਂ ਤੱਕ ਕਹਿਣ ਲੱਗਿਆ ਹੈ, ਇੱਕ ਸਮੇਂ ਸੁਣੋ ਮੈਂ ਗਇਓ ਆਪ ਸੁਣ ਮਹਿਮਾ ਤਾਕੋ ਵੱਡ ਪ੍ਰਤਾਪ। ਕਹਿੰਦਾ ਮਹਾਰਾਜ ਕੋਈ ਸੁਣੀ ਸੁਣਾਈ ਗੱਲ ਨਹੀਂ ਮੈਂ ਤੁਹਾਨੂੰ ਕਹੀ। ਸੁਣੀਆਂ ਸੁਣਾਈਆਂ ਤੇ ਬੰਦਾ ਗੱਲਾਂ ਤੇ ਬੰਦਾ ਯਕੀਨ ਕਰੇ ਨਾ ਕਰੇ, ਵੀ ਤੈਂ ਕਿਹੜਾ ਦੇਖਿਆ, ਤੂੰ ਸੁਣੀ ਹੋਈ ਗੱਲ ਮੈਂ ਕਹਿਤੀ। ਉਹ ਕਹਿੰਦਾ ਜੀ ਮੈਂ ਇੱਕ ਵਾਰ ਐਸਾ ਵੇਖ ਆਇਆ, ਮੇਰੇ ਨਾਲ ਐਸਾ ਵਾਪਰਿਆ, ਇਹ ਹੱਡ ਬੀਤੀ ਮੈਂ ਦੱਸ ਰਿਹਾ। ਉਹ ਕਹਿੰਦਾ ਇੱਕ ਸਮੋਂ ਸੁਣੋ ਮੈਂ ਗਇਓ ਆਪ, ਇੱਕ ਵਾਰੀ ਮੈਂ ਚਲਾ ਗਿਆ ਸੀ ਉਧਰ ਤੇ ਮੇਰੇ ਨਾਲ ਵੀ ਉਹੀ ਕੁਝ ਹੋਇਆ। ਕਹਿੰਦੇ ਮੈਂ ਉਹਦੀ ਬੜੀ ਮਹਿਮਾ ਬੜੀ ਵਡਿਆਈ ਸੁਣ ਕੇ ਗਿਆ ਜੀ। ਵੇਖ ਮੁਝ ਕੋ ਮਾਧੋ ਦਾਸ ਖਾਸ ਕਰ ਪ੍ਰੇਮ ਬਿਠਾਇਓ ਪਲੰਗ ਤਾਸ। ਮਹਾਰਾਜ ਨੂੰ ਕਹਿੰਦਾ ਜੀ ਮਾਧੋ ਦਾਸ ਨੇ ਨਾ ਮੈਨੂੰ ਬੜੀ ਆਓ ਭਗਤ ਕੀਤੀ, ਮੈਨੂੰ ਬੜਾ ਜੀ ਆਇਆਂ ਕਿਹਾ ਤੇ ਮੈਨੂੰ ਉਸ ਪਲੰਗ ਦੇ ਉੱਪਰ ਪਿਆਰ ਨਾਲ ਬਿਠਾਇਆ ਜੀ। ਫੇਰ ਉਠਿਓ ਤਰਾ ਤੈ ਪਲੰਗ ਸੋਈ ਨੈ ਮੁਝ ਕੋ ਮਾਲਮ ਭਇਓ ਕੋਈ। ਕਹਿੰਦਾ ਮਹਾਰਾਜ ਮੈਨੂੰ ਪਤਾ ਹੀ ਨਹੀਂ, ਜਦੋਂ ਮੈਂ ਪਲੰਗ ਤੇ ਬੈਠਾ ਸੀ ਪਲੰਗ ਜ਼ਮੀਨ ਤੋਂ ਉੱਚਾ ਉੱਠ ਖੜਿਆ, ਜ਼ਮੀਨ ਤੋਂ ਜਦੋਂ ਉੱਚਾ ਉੱਠ ਖੜਿਆ ਮੈਨੂੰ ਪਤਾ ਨਾ ਲੱਗਿਆ। ਮਹਾਰਾਜ ਨੂੰ ਕਹਿੰਦਾ ਕਰ ਉਲਟਾ ਮੁਝ ਕੋ ਦਇਓ ਗੇਰ, ਮੈਂ ਹੋਏ ਸ਼ਰਮਿੰਦਾ ਉੱਠਿਓ ਫੇਰ। ਕਹਿੰਦਾ ਮਹਾਰਾਜ ਉਹ ਪਲੰਗ ਨਾ ਜ਼ਮੀਨ ਤੋਂ ਉੱਚਾ ਉੱਠਿਆ, ਮੈਨੂੰ ਪਤਾ ਹੀ ਨਾ ਲੱਗਿਆ, ਫਿਰ ਪਲੰਗ ਮੂਧਾ ਹੋ ਗਿਆ, ਮੈਨੂੰ ਜ਼ਮੀਨ ਤੇ ਪਟਕਾ ਕੇ ਮਾਰਿਆ। ਕਹਿੰਦਾ ਮਹਾਰਾਜ ਫਿਰ ਮੈਂ ਆਲਾ ਦੁਆਲਾ ਵੇਖਿਆ, ਮੇਰੇ ਤੇ ਮਾਧੋ ਦਾਸ ਹੱਸਿਆ, ਉਹਦੇ ਚੇਲੇ ਚਾਚੜੇ ਹੱਸੇ, ਮੇਰਾ ਮਖੌਲ ਉਡਾਇਆ ਤੇ ਮੈਨੂੰ ਬੜੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਹੋਏ ਸ਼ਰਮਿੰਦਾ, ਮੈਂ ਕੱਪੜੇ ਜੇ ਝਾੜ ਕੇ ਤੇ ਜਿਹੜਾ ਸ਼ਰਮਿੰਦਾ ਜਿਹਾ ਹੋ ਕੇ ਖੜਾ ਹੋ ਗਿਆ। ਹੁਣ ਮੈਂ ਕੀ ਕਰ ਸਕਦਾ ਸੀ? ਉਹ ਬੜਾ ਸ਼ਕਤੀਆਂ ਵਾਲਾ ਹੈ, ਇਸ ਕਰਕੇ ਮਹਾਰਾਜ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ। ਤਬ ਠਾਂਡੋ ਹੈ ਤੈਨ ਮੋਹੇ ਪਾਸ ਦੈ ਤਾੜੀ ਕੀਨੋ ਅਟਹਾਸ। ਮਹਾਰਾਜ ਉਹ ਤਾੜੀਆਂ ਮਾਰ ਮਾਰ ਕੇ ਹੱਸੇ, ਜਦੋਂ ਮੈਨੂੰ ਜ਼ਮੀਨ ਤੇ ਸੁੱਟਦਾ ਪਹਿਲਾਂ ਮੈਨੂੰ ਪਤਾ ਹੀ ਨਾ ਲੱਗਿਆ ਤੇ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕੀਤੀ ਜੀ। ਇਮ ਸਭ ਸੋ ਖਿੱਲੀ ਸੇ ਸੋ ਕਰਤ ਨੈ ਪੀਰ ਫਕੀਰਨ ਤੈ ਡਰਤ। ਦੇਖੋ ਉਹ ਸਹੀ ਕਹਿ ਰਿਹਾ, ਕਹਿੰਦਾ ਮਹਾਰਾਜ ਉਹ ਸਾਰਿਆਂ ਦੀ ਖਿੱਲੀ ਉਡਾਉਂਦਾ ਹੈ, ਸਾਰਿਆਂ ਦੀ ਹਾਸੀ ਉਡਾਉਂਦਾ ਹੈ, ਉਹ ਮਖੌਲ ਉਡਾਉਂਦਾ ਹੈ ਤੇ ਨਾ ਕਿਸੇ ਪੀਰ ਤੋਂ ਡਰਦਾ ਹੈ ਨਾ ਕਿਸੇ ਫਕੀਰ ਤੋਂ ਡਰਦਾ ਹੈ।
ਨਾ ਕਿਸੇ ਤੋਂ ਨਹੀਂ ਡਰਦਾ, ਉਹਦੇ ਕੋਲ ਇਸ ਤਰ੍ਹਾਂ ਦੀਆਂ ਸ਼ਕਤੀਆਂ ਹੈਗੀਆਂ ਨੇ। ਮਹਾਰਾਜ ਨੂੰ ਸਾਰੀ ਰਿਪੋਰਟ ਦੇ ਕੇ ਨਾ ਮਾਧੋ ਦਾਸ ਵੈਰਾਗੀ ਦੀ ਫਿਰ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੇਰੀ ਬੇਨਤੀ ਹੈ, ਜਾ ਤੈ ਤੁਮ ਜਈਓ ਤਾਹਾ ਨਾਹੇ, ਮੈਂ ਕਹਿਓ ਆਪ ਟਿਗ ਸਾਚ ਜਾਹੇ। ਮਹਾਰਾਜ ਮੈਂ ਸੱਚ ਕਹਿ ਰਿਹਾ ਹਾਂ, ਮੇਰੀ ਬੇਨਤੀ ਹੈ ਤੁਸੀਂ ਉਧਰ ਨਾ ਜਾਇਓ, ਉਹ ਤੁਹਾਡੀ ਵੀ ਖਿੱਲੀ ਉਡਾਏਗਾ, ਉਹ ਤੁਹਾਡਾ ਵੀ ਮਖੌਲ ਉਡਾਏਗਾ, ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਬਦਸਲੂਕੀ ਕਰ ਸਕਦਾ ਹੈ, ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਕਰੇਗਾ। ਜਹ ਸੁਣ ਕਰ ਫਿਰ ਗੁਰ ਕਹਿਓ ਐ, ਸੁਹੈ ਗੁਰ ਨਾਨਕ ਕਰੈ ਜੈਸ। ਮਹਾਰਾਜ ਨੇ ਸਾਰੀ ਗੱਲ ਸੁਣ ਕੇ ਮੋੜ ਕੇ ਉਸ ਜੀਵਨ ਦਾਸ ਨੂੰ ਕਹਿਆ ਹੈ, ਜੇ ਨਹਿ ਜਾਣਾ ਥਾ ਤੋ ਪੀ ਜਾਹੇ, ਹਮ ਪੇਖਤ ਐਸਿਓ ਕੋ ਫਿਰਾਹੇ। ਐਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਹਾਰਾਜ ਨੂੰ ਦੱਸਤਾ ਵੀ ਉਧਰ ਆ ਖਤਰਾ ਹੈ, ਇਹ ਡਰ ਹੈ। ਉਧਰ ਇੱਕ ਸਾਧੂ ਹੈ, ਉਹਨੇ ਅੱਤ ਚੁੱਕ ਛੱਡੀ ਹੈ, ਬਹੁਤ ਸ਼ਕਤੀਆਂ ਨੇ, ਬੜੀਆਂ ਗੁਪਤ ਤਾਕਤਾਂ ਨੇ ਉਹਦੇ ਕੋਲੇ, ਉਧਰ ਨਾ ਜਾਇਓ। ਮਹਾਰਾਜ ਪਤਾ ਕੀ ਕਹਿੰਦੇ ਹੱਸ ਕੇ, ਕਹਿੰਦੇ ਭਾਈ ਜੇ ਨਹਿ ਜਾਣਾ ਥਾ ਤਉ ਪੀ ਜਾਹੇ, ਜੇ ਅਸੀਂ ਨਹੀਂ ਵੀ ਜਾਣਾ ਸੀ ਨਾ ਉਧਰ, ਹੁਣ ਤਾਂ ਜਾਵਾਂਗੇ ਪੱਕਾ, ਹੁਣ ਤਾਂ ਮਹਾਰਾਜ ਕਹਿੰਦੇ ਜਾਵਾਂਗੇ ਜ਼ਰੂਰ। ਹਮ ਪੇਖਤ ਐਸਿਓ ਕੋ ਫਿਰਾਹੇ, ਅਸੀਂ ਇਹੋ ਜਿਹਾਂ ਨੂੰ ਹੀ ਦੇਖਦੇ ਫਿਰਦੇ ਆਂ, ਮਤਲਬ ਐਸਿਆਂ ਜਿਹਾਂ ਨੂੰ ਸੈੱਟ ਕਰਦੇ ਫਿਰਦੇ ਆਂ। ਇਹ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਉੱਪਰ ਇਸ ਤਰ੍ਹਾਂ ਦਾ ਕੁਝ ਕਰ ਰਹੇ ਨੇ, ਜਾਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਸਮਾਜ ਨੂੰ ਦੁੱਖ ਪਹੁੰਚਾ ਰਹੇ ਨੇ, ਸਮਾਜ ਨੂੰ ਪੀੜਾ ਦੇ ਰਹੇ ਨੇ, ਅਸੀਂ ਉਹਨਾਂ ਨੂੰ ਹੀ ਠੀਕ ਕਰਦੇ ਫਿਰਦੇ ਆਂ। ਮਹਾਰਾਜ ਕਹਿੰਦੇ ਅਸੀਂ ਹੁਣ ਜ਼ਰੂਰ ਜਾਵਾਂਗੇ। ਅਬ ਜਾਏ ਪਿਖੋ ਮੈਂ ਠੀਕ ਤਾਏ, ਤਿਸ ਤੈ ਪੀ ਕਰਨਾ ਨੀਕ ਨਾਹੇ। ਮਹਾਰਾਜ ਕਹਿੰਦੇ ਮੈਂ ਜ਼ਰੂਰ ਜਾਵਾਂਗਾ, ਉਹ ਤੋਂ ਡਰਨਾ ਠੀਕ ਨਹੀਂ ਹੈ। ਜੇ ਉਹਦੇ ਤੋਂ ਸਾਰੇ ਹੀ ਡਰੀ ਗਏ ਫਿਰ ਉਹ ਸੈੱਟ ਕਿਵੇਂ ਆਏਗਾ? ਫਿਰ ਉਹ ਕਦੋਂ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨੋਂ ਹਟੇਗਾ? ਉਹਨੂੰ ਬੰਦਾ ਕਿਹਨੇ ਬਣਾਉਣਾ ਹੈ? ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਜ਼ਰੂਰ ਜਾਵਾਂਗੇ। ਤੇ ਉਹ ਸਾਧੂ ਵੀ ਬੜਾ ਹੈਰਾਨ ਹੈ ਵੀ ਕਮਾਲ ਹੋ ਗਈ ਤੁਹਾਡੀ। ਲੋਕ ਕਹਿੰਦੇ ਨੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਅਸੀਂ ਨਾ ਜਾਂਦੇ, ਸਾਨੂੰ ਕੋਈ ਪਹਿਲਾਂ ਦੱਸ ਦਿੰਦਾ ਅਸੀਂ ਨਾ ਜਾਂਦੇ। ਮੈਂ ਤੁਹਾਨੂੰ ਦੱਸ ਰਿਹਾ ਤੇ ਤੁਸੀਂ ਹੁਣ ਜਾਣ ਬੁੱਝ ਕੇ ਕਹਿ ਰਹੇ ਹੋ ਵੀ ਜਾਵਾਂਗੇ। ਇਹ ਸਿਆਣਪ ਹੈ, ਮਹਾਰਾਜ ਦੀ ਦਲੇਰੀ ਹੈ, ਬੇਖੌਫਤਾ ਹੈ। ਮਹਾਰਾਜ ਕਹਿੰਦੇ ਉਹ ਸਾਧੂ ਨੂੰ ਕਹਿੰਦੇ ਭਾਈ ਜੇ ਉਹ ਸਾਰਿਆਂ ਨਾਲ ਮਸ਼ਕਰੀਆਂ ਕਰਦਾ ਹੈ, ਸਾਰਿਆਂ ਨਾਲ ਮਖੌਲ ਕਰਦਾ ਹੈ, ਸਾਰਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕਰਦਾ ਹੈ, ਮੰਜੇ ਤੇ ਬਿਠਾ ਕੇ ਮੂਧਾ ਮਾਰ ਦਿੰਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਿਰ ਜੇ ਅਸੀਂ ਉਧਰ ਨਾ ਗਏ ਤੇ ਉਹਨੂੰ ਬੰਦਾ ਕਿਹਨੇ ਬਣਾਉਣਾ? ਫਿਰ ਉਹਨੂੰ ਸਹੀ ਰਸਤੇ ਤੇ ਕੌਣ ਪਾਏਗਾ? ਉਹਨੂੰ ਸਹੀ ਦਿਸ਼ਾ ਵਾਲੇ ਪਾਸੇ ਕੌਣ ਤੇਰੇ ਤੋਰੇਗਾ? ਉਹ ਤਾਂ ਭੁੱਲਿਆ ਹੋਇਆ ਨਾ, ਭਟਕਿਆ ਹੋਇਆ, ਤੇ ਭੁੱਲਿਆ ਹੋਇਆ ਨੂੰ ਗੁਰੂ ਹੀ ਸਹੀ ਰਸਤੇ ਤੇ ਪਾਉਂਦਾ ਹੈ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਬੜ ਭਾਗੀ ਪਾਇਆ। ਵੱਖਰੀ ਗੱਲ ਹੈ ਵੀ ਉਹ ਆਪਣੇ ਆਪ ਨੂੰ ਬਹੁਤ ਸਮਰੱਥ ਮੰਨਦਾ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੁਮ ਸਤੋ ਗੁਣੀ ਗਾਰਿਬ, ਗਰੀਬ ਸਾਧ ਬਿਨ ਸ਼ਸਤਰੀ ਪੀਰੂ ਨਿਰਪੁਪਾਦ। ਮਹਾਰਾਜ ਕਹਿੰਦੇ ਸੰਤ ਜੀ, ਮਹੰਤ ਜੀ, ਤੁਸੀਂ ਸਤੋ ਗੁਣੀ ਹੋ, ਤੁਸੀਂ ਉਹ ਨਿਮਰਤਾ ਵਿੱਚ ਰਹਿਣ ਵਾਲੇ, ਤੁਸੀਂ ਉਹ ਸਾਧ ਬੰਦੇ, ਤੂੰ ਸਾਡੇ ਕੋਲੇ ਕੋਈ ਸ਼ਸਤਰ ਨਹੀਂ ਹੈ, ਤੁਸੀਂ ਬਹੁਤ ਡਰਾਕਲ ਕਿਸਮ ਦੇ ਹੋ, ਤੇ ਤੁਸੀਂ ਉਹ ਨਿਰਛਲ। ਮਹਾਰਾਜ ਕਹਿੰਦੇ ਹਨ ਅਰ ਮੋਠ ਬਾਜਰੀ ਖਾਣ ਵਾਰ, ਤੁਮ ਕਿਉਂ ਨਾ ਤਿਸ ਤੈ ਡਰਿਓ ਯਾਰ। ਮਹਾਰਾਜ ਪਿਆਰ ਨਾਲ ਯਾਰ ਸ਼ਬਦ ਕਹਿ ਰਹੇ ਨੇ, ਕਹਿੰਦੇ ਮਿੱਤਰਾ। ਉਹਨੂੰ ਕਹਿਣ ਲੱਗੇ, ਕਹਿੰਦੇ ਤੁਸੀਂ ਤਾਂ ਮੋਠ ਬਾਜਰੀ ਖਾਣ ਵਾਲੇ ਲੋਕ ਹੋ, ਤੁਸੀਂ ਤਾਂ ਮੋਠ ਬਾਜਰੀਆਂ ਖਾ ਕੇ ਗੁਜ਼ਾਰਾ ਕਰਨ ਵਾਲੇ ਬੰਦੇ ਹੋ, ਹੈ ਤੁਹਾਡੇ ਕੋਲੇ ਸ਼ਸਤਰ ਕੋਈ ਨਹੀਂ, ਤੇ ਤੁਹਾਡੇ ਕੋਲੇ ਨਾ ਹਥਿਆਰ ਹੈ ਕੋਈ। ਤੇ ਮਹਾਰਾਜ ਕਹਿੰਦੇ ਤੁਮ ਕਿਉਂ ਨਾ ਤਿਸ ਤੇ ਡਰੋ ਯਾਰ, ਤੁਸੀਂ ਤੇ ਫਿਰ ਡਰਨਾ ਹੀ ਹੈ ਨਾ, ਜਦੋਂ ਤੁਹਾਡੇ ਕੋਲੇ ਉਸ ਤਰ੍ਹਾਂ ਦਾ ਲੜਨ ਦਾ ਹੁਨਰ ਕੋਈ ਨਹੀਂ, ਜਦੋਂ ਸ਼ਸਤਰ ਤੁਹਾਡੇ ਕੋਲ ਨਹੀਂ, ਖਾਣਾ ਤੁਹਾਡਾ ਮੋਠ ਬਾਜ਼ਰੀਆਂ ਨੇ, ਤੁਸੀਂ ਤਾਂ ਫਿਰ ਡਰਨਾ ਹੀ ਹੈ। ਪਰ ਅਸੀਂ ਕਹਿਣ ਲੱਗੇ ਹਨ ਹਮ ਰਜੋ ਗੁਣੀ ਛਤਰੀ ਸੁਬੀਰ, ਜਗ ਮੈਂ ਕਹਿਲਾਵਤ ਮੀਰ ਪੀਰ। ਮਹਾਰਾਜ ਕਹਿੰਦੇ ਅਸੀਂ ਰਜੋ ਗੁਣੀ ਆ। ਸਤਿਗੁਰੂ ਕਹਿਣ ਲੱਗੇ ਅਸੀਂ ਖੱਤਰੀ ਆ, ਖੱਤਰੀ ਸੋ ਵੀਰ, ਅਸੀਂ ਖੱਤਰੀਆਂ ਦੇ ਵਿੱਚੋਂ ਆ। ਜਗ ਮੈਂ ਕਹਿਲਾਵਤ ਮੀਰ ਪੀਰ, ਅਸੀਂ ਮੀਰੀ ਪੀਰੀ ਦੇ ਵੀ ਮਾਲਕ ਆ।
ਮਤਲਬ ਮੀਰੀ ਪੀਰੀ ਇਕੱਠੀ ਹੈ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਸੀਂ ਇਕੱਲੇ ਮੀਰ ਹੋ ਤੇ ਮਾਫ ਕਰਨਾ ਪੀਰ, ਪੀਰੀ ਆ ਤੁਹਾਡੇ ਕੋਲ, ਇੱਥੇ ਮੀਰੀ ਵੀ ਹੈ, ਤੁਸੀਂ ਇਕੱਲੇ ਸੰਤ ਹੋ, ਇੱਥੇ ਨਾਲ ਸਿਪਾਹੀ ਦੀ ਵੀ ਗੱਲ ਹੈ, ਤੁਹਾਡੇ ਕੋਲ ਇਕੱਲੀ ਭਗਤੀ ਤੇ ਇੱਥੇ ਸ਼ਕਤੀ ਦੀ ਵੀ ਗੱਲ ਹੈ। ਸਤਿਗੁਰੂ ਮੋੜ ਕੇ ਕਹਿਣ ਲੱਗੇ ਹਨ, ਪੁਨ ਸਿੰਘ ਸ਼ਸਤਰੀ ਅਧਿਕ ਸੰਗ ਜੀਤੇ ਹੈ ਜਿਨਹੂ ਬੜੇ ਜੰਗ। ਮਹਾਰਾਜ ਕਹਿੰਦੇ ਸੰਤ ਜੀ ਤੁਸੀਂ ਤਾਂ ਡਰੋ, ਕਿਉਂਕਿ ਤੁਹਾਡੇ ਕੋਲੇ ਸ਼ਸਤਰ ਕੋਈ ਨਹੀਂ, ਤੁਹਾਡਾ ਖਾਣ ਪੀਣ ਕਿਸ ਤਰ੍ਹਾਂ ਦਾ, ਤੁਹਾਡੀਆਂ ਵਿਰਤੀਆਂ ਕਿਸ ਤਰ੍ਹਾਂ ਦੀਆਂ ਨੇ। ਪਰ ਮਹਾਰਾਜ ਕਹਿੰਦੇ ਪੁਨ ਸਿੰਘ ਸ਼ਸਤਰੀ ਅਧਿਕ ਸੰਗ, ਮੇਰੇ ਕੋਲੇ ਤਾਂ ਸ਼ਸਤਰਧਾਰੀ ਸਿਪਾਹੀ ਨੇ, ਸ਼ਸਤਰਧਾਰੀ ਸ਼ੂਰਮੇ ਨੇ, ਸਾਰਿਆਂ ਨੇ ਹਥਿਆਰ ਪਹਿਨੇ ਹੋਏ ਨੇ। ਦੇਖ ਭਲਾ ਨਜ਼ਰ ਮਾਰ, 3-3 ਫੁੱਟ ਦੀਆਂ ਤਲਵਾਰਾਂ ਪਹਿਨੀਆਂ ਨੇ ਇਹਨਾਂ ਨੇ, ਮੁਸ਼ਹਿਰੇ ਨੇ ਇਹਨਾਂ ਦੇ ਸਰੀਰ ਤਕੜੇ ਨੇ। ਮਹਾਰਾਜ ਕਹਿੰਦੇ ਇਹਨਾਂ ਨੇ ਕਲੀਆਂ ਕਿਰਪਾਨਾਂ ਪਹਿਨੀਆਂ ਨਹੀਂ, ਇਹਨਾਂ ਨੇ ਵੱਡੀਆਂ ਲੜਾਈਆਂ ਲੜੀਆਂ ਨੇ, ਇਹਨਾਂ ਨੇ ਬੜੇ ਜੰਗ ਜਿੱਤੇ ਨੇ, ਜੀਤੇ ਹੈ ਇਹਨੂੰ ਬੜੇ ਜੰਗ। ਗੁਰੂ ਗੋਬਿੰਦ ਸਿੰਘ ਇਸ ਤੋਂ ਪਹਿਲਾਂ 14-15 ਲੜਾਈਆਂ ਲੜ ਚੁੱਕੇ ਨੇ ਔਰ ਸਾਰੀਆਂ ਹੀ ਫਤਿਹ ਕੀਤੀਆਂ ਨੇ। ਉਹ ਸਾਧੂ ਨੂੰ ਮਹਾਰਾਜ ਕਹਿੰਦੇ ਤੁਸੀਂ ਤਾਂ ਡਰੋ, ਬਈ ਮਾਧੋ ਦਾਸ ਐ ਕਰਦਾ, ਬੋ ਕਰਦਾ, ਮਖੌਲ ਕਰਦਾ, ਮਸ਼ਕਰੀਆਂ ਕਰਦਾ, ਸ਼ਰਾਰਤਾਂ ਕਰਦਾ ਇਸ ਤਰ੍ਹਾਂ, ਪਰ ਅਸੀਂ ਵੀ ਡਰ ਜੀਏ ਫਿਰ ਉਹਨੂੰ ਬੰਦਾ ਕੌਣ ਬਣਾਊਗਾ। ਸਾਡੇ ਕੋਲ ਤਾਂ ਸ਼ਸਤਰਧਾਰੀ ਸੂਰਮੇ ਨੇ, ਅਸੀਂ ਤੇ ਆਪ ਸ਼ਸਤਰਧਾਰੀ ਆ। ਮਹਾਰਾਜ ਉਹਨੂੰ ਕਹਿ ਰਹੇ ਹਨ, ਹਮ ਸਿੰਘ ਨਾਮ ਹੈ ਸਮ ਮੇਰ ਗੰਧ ਵੈ ਕਹਾਂ ਬੈਸ਼ਨੋ ਮਤ ਗਜਿੰਦ। ਮਹਾਰਾਜ ਕਹਿੰਦੇ ਸਭ ਮਾਸ ਆਹਾਰੀ ਬਲੀ ਵੀਰ। ਆ ਮੇਰੇ ਜਿਹੜੇ ਸਿੱਖ ਨੇ ਨਾ, ਇਹ ਇਕੱਲੇ ਮੋਠ ਬਾਜ਼ਰੀਆਂ ਤੇ ਨਹੀਂ, ਇਹ ਤਾਂ ਮਾਸਾਹਾਰੀ ਨੇ, ਝਟਕਾ ਛਕਣ ਵਾਲੇ ਨੇ। ਇਹ ਕਿਵੇਂ ਕਰਨਾ ਇਹ ਚੀਜ਼ ਨੂੰ ਸੁਣਿਓ, ਇਤਿਹਾਸ ਦੇ ਵਿੱਚ ਬਾਰ-ਬਾਰ ਜ਼ਿਕਰ ਆਏਗਾ। ਸਭ ਮਾਸ ਆਹਾਰੀ ਬਲੀ ਵੀਰ, ਇਹ ਬੜੇ ਬਲੀ ਨੇ, ਬੜੇ ਬਲਵਾਨ ਨੇ। ਬਾਂਕੇ ਸੁੱਠ ਨਿਡਰ ਅਧਿਕ ਧੀਰ, ਤੇ ਇਹ ਤਾਂ ਬਾਂਕੇ ਨੇ, ਸੁੰਦਰ ਨੇ, ਤਕੜੇ ਨੇ ਤੇ ਬੜੇ ਯੋਧੇ ਨੇ, ਬੜੇ ਦਲੇਰ ਨੇ। ਇਹਨਾਂ ਦਾ ਖਾਣਾ ਪੀਣਾ ਇਹ ਤਾਂ ਚਿੜੀਆਂ ਜਨੌਰਾਂ ਦਾ ਖਾਣਾ। ਮਹਾਰਾਜ ਹੱਸ ਕੇ ਉਹਨੂੰ ਕਹਿੰਦੇ ਤੇ ਕਹਿਣ ਲੱਗੇ ਆ ਜਿਹੜੇ ਮੇਰੇ ਸਿੱਖ ਨੇ ਨਾ, ਇਹ ਨੇ ਸ਼ਸਤਰਧਾਰੀ, ਇਹ ਨੇ ਲੜਾਕੂ, ਇਹ ਨੇ ਯੋਧੇ, ਇਹ ਨੇ ਦਲੇਰ, ਤੇ ਤੂੰ ਸਾਨੂੰ ਡਰਾਈ ਜਾਂਦਾ ਵੀ ਉਧਰ ਨਾ ਜਾਓ, ਉਧਰ ਨਾ ਜਾਓ। ਮਹਾਰਾਜ ਕਹਿ ਰਹੇ ਹਨ, ਹਮ ਸਿੰਘ ਨਾਮ ਹੈ ਸਮ ਮੇਰ ਗੰਧ ਵੈ ਕਹਾਂ ਬੈਸ਼ਨੋ ਮਤ ਗਜਿੰਦ। ਸਤਿਗੁਰੂ ਕਹਿੰਦੇ ਜਿਹੜੇ ਸਾਡੇ ਸਿੰਘ ਨੇ ਨਾ, ਮੈਂ ਇਹਨਾਂ ਨੂੰ ਸ਼ੇਰ ਬਣਾਇਆ, ਸ਼ੇਰ। ਹਮ ਸਿੰਘ ਨਾਮ ਹੈ ਸਮਰਦੰਗ, ਇਹ ਸ਼ੇਰਾਂ ਵਰਗੇ ਨੇ। ਬੈ ਕਹਾਂ ਬੈਸਨੋ ਮਤ ਗਜਿੰਦ, ਤੇ ਜਿਹੜੇ ਬਾਕੀ ਬੈਸਨੋ ਨੇ ਉਹ ਭਾਵੇਂ ਮੋਟੇ ਹੱਟੇ ਤਾਂ ਹੋਣ, ਗੋਗੜ ਤਾਂ ਹੋਵੇ, ਪਰ ਹਾਥੀ ਵਰਗੇ ਹੋਣਗੇ। ਇਹ ਜਿਹੜੇ ਨੇ ਸ਼ੇਰਾਂ ਵਰਗੇ ਨੇ। ਸ਼ੇਰ ਦਾ ਤੇ ਹਾਥੀ ਦਾ ਸਰੀਰਕ ਕੱਦ ਕਾਠ ਦੇ ਵਿੱਚ ਬੜਾ ਅੰਤਰ ਹੈ, ਪਰ ਦਲੇਰੀ ਸ਼ੇਰ ਦੇ ਵਿੱਚ ਬਹੁਤੀ ਹੈ। ਰਾਜਾ ਜੰਗਲ ਦਾ ਸ਼ੇਰ ਹੈ, ਹਾਲਾਂਕਿ ਹਾਥੀ ਉਹਦੇ ਨਾਲੋਂ ਕਈ ਗੁਣਾ ਵੱਡਾ ਹੁੰਦਾ ਹੈ। ਪਰ ਤੁਸੀਂ ਵੇਖੋ ਵੀ ਸ਼ੇਰ ਨੂੰ ਕਿਵੇਂ ਸ਼ੇਰ ਕਿਵੇਂ ਹਾਥੀ ਨੂੰ ਮਾਰ ਦਿੰਦਾ, ਹਾਥੀ ਦਾ ਵੀ ਸ਼ਿਕਾਰ ਕਰ ਲੈਂਦਾ ਉਹ ਇਤਿਆਦਿਕ। ਚਲੋ ਗੁਰੂ ਮਹਾਰਾਜ ਉਹਨੂੰ ਕਹਿਣ ਲੱਗੇ, ਕਹਿੰਦੇ ਹਮ ਜਾਏ ਪਿਖੈ ਤੇ ਕਰਾਮਾਤ, ਕਿਸ ਤੈ ਉਨ ਪਾਈ ਕੌਣ ਭਾਂਤ। ਮਹਾਰਾਜ ਕਹਿੰਦੇ ਨੇ ਮਹੰਤ ਜੀ ਅਸੀਂ ਜਾਵਾਂਗੇ ਉਧਰ ਜ਼ਰੂਰ, ਨਾਲੇ ਦੇਖਾਂਗੇ ਇੰਨੀਆਂ ਸ਼ਕਤੀਆਂ ਉਹਨੇ ਪ੍ਰਾਪਤ ਕਿੱਥੋਂ ਕੀਤੀਆਂ ਨੇ, ਕਿੰਨੀਆਂ ਕੁ ਸ਼ਕਤੀਆਂ ਨੇ ਉਹਦੇ ਕੋਲੇ, ਕਿੱਥੋਂ ਨੇ ਪ੍ਰਾਪਤ ਕੀਤੀਆਂ ਨੇ। ਉਹਨੂੰ ਸਮਝਾਵਾਂਗੇ ਵੀ ਜੇ ਸ਼ਕਤੀਆਂ ਪ੍ਰਾਪਤ ਕਰ ਲੀਆਂ ਤਾਂ ਇਹਨਾਂ ਦੀ ਦੁਰਵਰਤੋਂ ਕਰਕੇ ਬੰਦੇ ਥੋੜੋ ਮਾਰਨੇ ਨੇ, ਤਾਂ ਇਹਨਾਂ ਦੀ ਵਰਤੋਂ ਕੁਵਰਤੋਂ ਤੇ ਸਵਰਤੋਂ ਦੱਸਾਂਗੇ ਉਹਨੂੰ। ਦੇਖੋ ਸ਼ਕਤੀ ਬੰਦੇ ਕੋਲੇ ਆ ਜਾਏ ਨਾ, ਉਹਦੀ ਵਰਤੋਂ, ਉਹਦੀ ਕੁਵਰਤੋਂ ਤੇ ਸਵਰਤੋਂ ਦਾ ਵੀ ਪਤਾ ਹੋਣਾ ਚਾਹੀਦਾ। ਕਈ ਬੰਦਿਆਂ ਨੂੰ ਤਾਕਤ ਮਿਲ ਜਾਂਦੀ, ਉਹਨਾਂ ਨੂੰ ਤਾਕਤ ਆਪਣੀ ਜੂਝ ਨਹੀਂ ਕਰਨੀ ਆਉਂਦੀ ਹੁੰਦੀ, ਉਹ ਫਿਰ ਉਸ ਤਾਕਤ ਦੇ ਨਾਲ ਲੋਕਾਂ ਦਾ ਨੁਕਸਾਨ ਹੀ ਕਰਦੇ ਨੇ। ਪਰ ਸਤਿਗੁਰੂ ਕਹਿੰਦੇ ਤਾਕਤ ਦਾ ਸਹੀ ਉਪਯੋਗ ਹੋਣਾ ਚਾਹੀਦਾ। ਇਸੇ ਕਰਕੇ ਜਿਹੜਾ ਸਾਨੂੰ ਸ਼ਸਤਰ ਪਹਿਨਾਇਆ ਨਾ ਮਹਾਰਾਜ ਨੇ, ਸ਼ਸਤਰਧਾਰੀ ਕੀਤਾ ਕੌਮ ਨੂੰ, ਇਹ ਕਿਸੇ ਨੂੰ ਡਰਾਉਣ ਲਈ ਨਹੀਂ, ਕਿਸੇ ਨੂੰ ਧਮਕਾਉਣ ਲਈ ਨਹੀਂ, ਕਿਸੇ ਨੂੰ ਲੁੱਟਣ ਜਾਂ ਮਾਰਨ ਲਈ ਨਹੀਂ, ਕਿਸੇ ਗਰੀਬ ਦੀ ਹੱਤਿਆ ਲਈ ਨਹੀਂ, ਇਹ ਜ਼ਰਬਾਨੇ ਦੀ ਹੱਤਿਆ ਲਈ ਨੇ, ਗਰੀਬਾਂ ਦੀ ਰੱਖਿਆ ਵਾਸਤੇ ਨੇ, ਆਪਣੀ ਰੱਖਿਆ ਵਾਸਤੇ ਨੇ। ਇਹ ਸ਼ਸਤਰ ਦੀ ਜਿਹਨੂੰ ਵਰਤੋਂ ਦਾ ਪਤਾ ਲੱਗ ਗਿਆ ਨਾ, ਸ਼ਸਤਰ ਪਹਿਨਣ ਨੂੰ ਜਿਹੜਾ ਮਰਜ਼ੀ ਪਹਿਨ ਲੈ, ਪਰ ਇਹਦੀ ਵਰਤੋਂ ਕਦੋਂ ਕਰਨੀ ਹੈ, ਇਹਦੀ ਕੁਵਰਤੋਂ ਨਹੀਂ ਹੋਣੀ ਚਾਹੀਦੀ। ਇਸ ਕਰਕੇ ਕਈ ਵਾਰੀ ਸਾਨੂੰ ਨਾ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਤੇ ਅਸੀਂ ਮਾੜਾ ਜਿਹੀ ਨਿੱਜੀ ਲੜਾਈਆਂ ਦੇ ਵਿੱਚ ਕੱਢ ਲੈਂਦੇ ਹਾਂ ਕਿਰਪਾਨਾਂ, ਸ਼ਾਇਦ ਇਸੇ ਕਰਕੇ ਫਿਰ ਇਹਨਾਂ ਦੇ ਬੈਨ ਕਰ ਦਿੰਦੇ ਨੇ। ਇਹ ਕਿਤੇ ਨਾ ਕਿਤੇ ਇਹਦੇ ਵਿੱਚ ਅਸੀਂ ਵੀ ਦੋਸ਼ੀ ਹਾਂ। ਮਾੜੀ ਜੀ ਗੱਲ ਹੋਈ ਜਾ ਕੇ ਖਰੂ ਪਾ ਦਿੰਦੇ ਆ। ਇਹ ਕਦੋਂ ਨਿਕਲਣੇ ਚਾਹੀਦੇ ਨੇ? ਇਹ ਮਹਾਰਾਜ ਨੇ ਪਹਿਲੇ ਨਹੀਂ ਕਿਹਾ, ਇਹ ਤਾਂ ਅਖੀਰਲਾ, ਜਦੋਂ ਐਨ ਸਾਰੇ ਹੀਲੇ ਵਸੀਲਿਆਂ ਤੋਂ ਬੰਦੇ ਦਾ ਜਿਹੜਾ ਸੀ ਮਤਲਬ ਕੋਈ ਹੀਲਾ ਵਸੀਲਾ ਕੰਮ ਨਾ ਕਰੇ,
ਜਿਵੇਂ ਮਹਾਰਾਜ ਜ਼ਫਰਨਾਮੇ ਚ ਕਹਿੰਦੇ ਨੇ ਚੂਕਾ ਰਾਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਜਦੋਂ ਅਪੀਲ ਦਲੀਲ ਕੋਈ ਨਾ ਸੁਣੇ ਤੁਹਾਡੀ, ਫੇਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ। ਚਲੋ ਭਾਈ ਸਾਹਿਬ ਜੀ ਕੀ ਲਿਖਦੇ ਨੇ, ਮਹਾਰਾਜ ਉਹਨੂੰ ਕਹਿਣ ਲੱਗੇ, ਕਹਿੰਦੇ ਅਸੀਂ ਜਾ ਕੇ ਵੇਖਾਂਗੇ ਕਿੱਡਾ ਕੁ ਕਰਾਮਾਤੀ ਹੈ, ਕਿੰਨੀਆਂ ਕੁ ਸ਼ਕਤੀਆਂ ਦਾ ਮਾਲਕ ਹੈਗਾ ਹੈ। ਜੇ ਅੜ ਹੈ ਮੁਝ ਸੋ ਕਿਸੀ ਤੌਰ ਸਭ ਖੋਸੋਂ ਤਿਸ ਕਾ ਜੋਰ ਠੌਰ। ਐ ਗੁਰੂ ਗੋਬਿੰਦ ਸਿੰਘ ਹੀ ਕਹਿ ਸਕਦੇ ਨੇ। ਗੁਰੂ ਮਹਾਰਾਜ ਕਹਿੰਦੇ ਮਹੰਤ ਜੀ ਯਾਦ ਰੱਖਿਓ, ਉਹਦੇ ਕੋਲੇ ਬੜੇ ਗਏ, ਉਹਨੇ ਬੜਿਆਂ ਦੇ ਮੂੰਹ ਪੰਨੇ, ਬੜਿਆਂ ਨੂੰ ਬੈੱਡ ਤੋਂ ਪਲਟਾ ਕੇ ਜ਼ਮੀਨ ਤੇ ਮਾਰ ਕੇ ਤਾੜੀਆਂ ਮਾਰ ਕੇ ਹੱਸਿਆ। ਸਾਰੇ ਡਰਦੇ ਨੇ, ਤੁਹਾਡੇ ਵਰਗੇ ਡਰੀ ਵੀ ਜਾਂਦੇ ਨੇ, ਲੋਕਾਂ ਨੂੰ ਡਰਾਈ ਵੀ ਜਾਂਦੇ ਨੇ, ਨਾ ਜਾਓ ਉਧਰ ਨੂੰ ਨਾ ਜਾਓ। ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅਸੀਂ ਜਾਵਾਂਗੇ ਵੇਖਾਂਗੇ ਉਹਨੂੰ ਕਿੰਨੇ ਕੁ ਪਾਣੀ ਚ, ਤੇ ਜੇ ਸਾਡੇ ਅੱਗੇ ਅੜਿਆ ਨਾ, ਮਹਾਰਾਜ ਕਹਿੰਦੇ ਜੇ ਅੜ ਹੈ ਮੁਝ ਸੋ ਕਿਸੀ ਤੌਰ, ਜੇ ਕਿਸੇ ਤਰ੍ਹਾਂ ਵੀ ਅੜਿਆ ਹੋ, ਜੇ ਬਹੁਤ ਅੜਿਆ ਨਾ ਸਭ ਖੋਸੋਂ ਤਿਸ ਕਾ ਜੋਰ ਠੌਰ। ਮਹਾਰਾਜ ਕਹਿੰਦੇ ਮੈਂ ਉਹਦੀਆਂ ਸਾਰੀਆਂ ਕਰਾਮਾਤਾਂ ਖਿੱਚ ਲਵਾਂਗਾ, ਮੈਂ ਉਹਦਾ ਸਾਰਾ ਜ਼ੋਰ ਖਿੱਚ ਲਵਾਂਗਾ, ਮੈਂ ਸਾਰੀ ਤਾਕਤ ਖਿੱਚ ਲਵਾਂਗਾ। ਐ ਕੋਈ ਕਹਿ ਸਕਦਾ ਹੈ? ਇਹ ਗੁਰੂ ਗੋਬਿੰਦ ਸਿੰਘ ਕਹਿ ਸਕਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖਾਂਗੇ ਜਿਨੇ ਆਪਣੀਆਂ ਸ਼ਕਤੀਆਂ ਦੇ ਨਾਲ ਲੋਕਾਂ ਦਾ ਜੀਣਾ ਹਰਾਮ ਕੀਤਾ ਤੇ ਇਸ ਤਰ੍ਹਾਂ ਦੇ ਤੁਹਾਡੇ ਵਰਗੇ ਸਤਪੁਰਸ਼ਾਂ ਨੂੰ ਐਵੇਂ ਮੂੰਹ ਮੱਥੇ ਭੰਨੀ ਜਾਂਦਾ ਸੀ, ਜਾਵਾਂਗੇ। ਹਮ ਗੁਰ ਕਰ ਕਹਤੈ ਕਰੈ ਸਿੱਖ ਸਭ ਕਹਿਓ ਸਾਚ ਤੁਮ ਲਹਿਓ ਪਿਖ। ਮਹਾਰਾਜ ਕਹਿੰਦੇ ਮਹੰਤ ਜੀ ਦੇਖਿਓ, ਅਸੀਂ ਉਹਨੂੰ ਸਿੱਖ ਬਣਾ ਦਿਆਂਗੇ ਗੁਰੂ ਨਾਨਕ ਦਾ, ਉਹ ਤਾਂ ਹੱਥ ਜੋੜ ਕੇ ਖੜ ਜੂ ਤੇ ਸਭ ਕਹਿਓ ਸਾਚ ਤੁਮ ਲਹਿਓ ਪਿਖ। ਮਹਾਰਾਜ ਕਹਿੰਦੇ ਜੋ ਕਹਿ ਰਹੇ ਹਨ ਉਹ ਕਰਕੇ ਦਿਖਾਵਾਂਗੇ, ਤੇ ਜੇ ਤੁਹਾਨੂੰ ਨਹੀਂ ਯਕੀਨ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਖ ਲਿਓ। ਫਿਰ ਮਹੰਤ ਹੈਰਾਨ ਹੋਈ ਜਰੇ, ਨਾਲੇ ਮਨ ਚ ਕਹਿੰਦਾ ਹੋਣਾ ਬੜੇ ਤੁਸੀਂ ਤਾਂ ਧੱਕਾ ਇੱਕ ਤਰ੍ਹਾਂ ਦਾ ਕਰ ਰਹੇ ਹੋ, ਉਧਰ ਨੂੰ ਜਾਣ ਦੀ ਜਿੱਦ ਕਰ ਰਹੇ ਹੋ, ਇਹ ਸਿਆਣਪ ਥੋੜੋ ਹੈ, ਤੁਸੀਂ ਖਤਰੇ 'ਚ ਜਾ ਰਹੇ ਹੋ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਦੋਂ ਫੈਸਲਾ ਸੁਣਾ ਦਿੱਤਾ ਹੈ ਕੌਣ ਵਸਤਿਜ ਟਿਗ ਬਿਸਾਲ ਅਬ ਕਹੂੰ ਆਪ ਤੇ ਸਾਬੇ ਹਵਾਲ। ਮਹਾਰਾਜ ਕਹਿੰਦੇ ਹੋਰ ਦੱਸ, ਉਸ ਮਹੰਤ ਨੂੰ ਕਹਿੰਦੇ ਉਹਦੇ ਕੋਲੇ ਕੀ ਕੀ ਹੈ, ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ, ਸਾਰਾ ਕੁਝ ਉਹਦੇ ਬਾਰੇ ਖੋਲ ਕੇ ਦੱਸਣਾ ਕਰ। ਦੋਹਰਾ ਸੁਣ ਕਰ ਗੁਰ ਕੇ ਬਚਨ ਫਿਰ ਬੋਲਿਓ ਸਾਧ ਮਹੰਤ। ਮਹਾਰਾਜ ਦਾ ਫੈਸਲਾ ਸੁਣ ਕੇ, ਬਚਨ ਸੁਣ ਕੇ ਉਹ ਮਹੰਤ ਹੱਥ ਜੋੜ ਕੇ ਫਿਰ ਕਹਿਣ ਲੱਗਿਆ ਹੈ, ਲਗਿਓ ਸੁਣਾਵਣ ਗੁਰੂ ਕੋ ਤਿਸ ਕਾ ਸਭ ਬਿਰਤੰਤ। ਫਿਰ ਐਨ ਡਿਟੇਲ ਦੇ ਵਿੱਚ ਖੁੱਲ ਕੇ ਮਹਾਰਾਜ ਨੂੰ ਮਾਧੋ ਦਾਸ ਬੈਰਾਗੀ ਬਾਰੇ ਕਹਿਣ ਲੱਗਿਆ ਹੈ। ਗੰਗਾ ਬੜੀ ਗੋਦਾਵਰੀ ਤੀਰਥ ਬੜੋ ਪਰਾਗ। ਗੰਗਾ ਜਿਹੜਾ ਹੈਗੀ ਹੈ ਨਾ, ਗੋਦਾਵਰੀ ਨਦੀ ਹੈ ਜਿਹੜੀ, ਹਾਂ ਗੰਗਾ ਬੜੀ ਗੋਦਾਵਰੀ, ਵੱਡੀਆਂ ਨਦੀਆਂ ਨੇ, ਹਿੰਦੂ ਧਰਮ ਦੀਆਂ ਪਵਿੱਤਰ ਮੰਨੀਆਂ ਜਾਣ ਵਾਲੀਆਂ ਨਦੀਆਂ ਨੇ। ਹਿੰਦੂ ਵੀਰਾਂ ਦਾ ਇਹਨਾਂ ਦੇ ਵਿੱਚ ਬੜਾ ਹੀ ਜਿਹੜਾ ਸਤਿਕਾਰ ਹੈ। ਗੰਗਾ ਦਾ, ਗੋਦਾਵਰੀ ਦਾ, ਤੀਰਥ ਜਿਹੜੇ ਨੇ ਪ੍ਰਯਾਗ ਇਤਿਆਦਿਕ, ਹਰਦੁਆਰ ਇਤਿਆਦਿਕ, ਉਹਨਾਂ ਸਾਰਿਆਂ ਦਾ ਜ਼ਿਕਰ ਹੈ। ਕਹਿੰਦੇ ਨੇ ਜਿਹੜੀ ਗੋਦਾਵਰੀ ਹੈ ਜਗਤ ਪ੍ਰਸਿੱਧ ਹੈ, ਸ਼ਹਿਰ ਨੰਦੇੜ ਸੋ ਤਾਹੇ ਤਟ ਰਹਿਤ ਸਾਧ ਸੋ ਸਿੱਧ। ਜਿਹੜਾ ਉੱਥੇ ਸਾਧੂ ਰਹਿ ਰਿਹਾ ਹੈ, ਉਹਨੇ ਨਾ ਕਿਵੇਂ ਸ਼ਕਤੀਆਂ ਇਕੱਠੀਆਂ ਕੀਤੀਆਂ, ਕਿਵੇਂ ਉਹਦੇ ਕੋਲੇ ਸ਼ਕਤੀਆਂ ਆਈਆਂ, ਬਹੁਤ ਸੰਖੇਪ ਚ ਬੇਨਤੀ ਕਰਾਂਗਾ। ਉਹਨੇ ਇੱਥੋਂ ਤੱਕ ਆਖਿਆ, ਕਹਿੰਦਾ ਮਹਾਰਾਜ ਇਹਨੇ ਬੜੇ ਸਾਧੂਆਂ ਦੀ ਸੰਗਤ ਕੀਤੀ ਹੈ, ਇਹਨੇ ਬੜੇ ਸਾਧੂਆਂ ਦੇ ਕੋਲੋਂ ਰਿੱਧੀਆਂ ਸਿੱਧੀਆਂ ਲੈ ਲਈਆਂ, ਇਹਨੇ ਬੜੇ ਗੁਰੂ ਧਾਰਨ ਕੀਤੇ ਨੇ, ਬੜੇ ਗੁਰੂਆਂ ਦੇ ਕੋਲੋਂ ਇਹਨੇ ਉਸ ਤਰ੍ਹਾਂ ਦੇ ਜੰਤਰ ਮੰਤਰ ਲਾਏ ਨੇ। ਇੱਕ ਲੂਣੀਆਂ ਸਿੱਧ ਹੋਇਆ ਤੇ ਉਹਦੀ ਇਹਨੇ ਬੜੀ ਸੇਵਾ ਕੀਤੀ, ਤੇ ਉਹਦੀ ਇੱਕ ਸੇਵਾ ਕਰਨ ਦਾ ਇਹਨੂੰ ਫਲ ਕੀ ਮਿਲਿਆ, ਉਹਦੇ ਕੋਲ ਇੱਕ ਪੋਥੀ ਸੀਗੀ, ਉਹ ਪੋਥੀ ਦੇ ਵਿੱਚ ਬੜੀਆਂ ਸ਼ਕਤੀਆਂ ਸੀਗੀਆਂ, ਬੜੇ ਮੰਤਰ ਜੰਤਰ ਸੀ, ਬੜਾ ਕੁਝ ਸੀਗਾ। ਉਹ ਲੂਣੀਆਂ ਸਾਧ ਦੀ ਇਹਨੇ ਸੇਵਾ ਕੀਤੀ ਤੇ ਉਹ ਸਾਧ ਨੇ ਪੋਥੀ ਜਿਹੜੀ ਸੀ ਉਹ ਇਹਨੂੰ ਦੇਤੀ। ਉਹ ਪੋਥੀ ਇਹਨੇ ਪੜ੍ਹੀ ਜਾਂ ਉਹਦੇ ਵਿੱਚ ਜੋ ਸੀ ਉਹ ਕਮਾਈ ਕੀਤੀ। ਇਸ ਕਰਕੇ ਮਹਾਰਾਜ ਦੇ ਕੋਲੇ ਇੰਨੀਆਂ ਵਿਦਿਆਵਾਂ ਨੇ, ਇੰਨੀਆਂ ਸ਼ਕਤੀਆਂ ਨੇ, ਉਹ ਸਾਰੀ ਗੱਲ ਡਿਟੇਲ ਵਿੱਚ ਕਹਿ ਰਿਹਾ ਹੈ। ਛਪੈ ਛੰਦ ਪ੍ਰਥਮ ਹੋਤੋ ਵਿਹ ਕੀਰ ਮਿਲਿਓ ਪੁਣ ਸੰਤਨ ਸੰਗੈ। ਉਹਨੂੰ ਬਹੁਤ ਸਾਰੇ ਸੰਤਾਂ ਦੀ ਉਹਨੇ ਸੰਗਤ ਕੀਤੀ ਹੈ। ਬਹੁਤ ਸੈਲੀ ਉਨ ਕਰਿਓ ਧਰਾ ਕਾ ਸਹਿਤਿਓ ਮੰਗੈ। ਉਹਨੇ ਬੜੇ ਧਾਰਮਿਕ ਸਥਾਨਾਂ ਤੇ ਜਾਣਾ ਕੀਤਾ, ਬੜੇ ਧਰਮੀ ਪੁਰਸ਼ਾਂ ਨੂੰ ਮਿਲਣਾ ਕੀਤਾ ਹੈ। ਮਿਲਿਓ ਲੋਣੀਆਂ ਸਿੱਧ ਏਕ ਤੈ ਸੇਵਕ ਮਾਈ। ਲੋਣੀਆਂ ਦੀ
ਇਹਨੇ ਬਹੁਤ ਸੇਵਾ ਕੀਤੀ ਜੀ। ਨਿਜ ਵਿਦਿਆ ਹੁਣ ਸਭੇ ਇਸ ਕੋ ਤਬੇ ਬਤਾਈ। ਉਹਨੇ ਆਪਣਾ ਸਾਰੀਆਂ ਸ਼ਕਤੀਆਂ ਵਾਲਾ ਗ੍ਰੰਥ ਇਹਨੂੰ ਦੇ ਦਿੱਤਾ ਜੀ। ਹੁਣ ਨਿਜ ਪੋਥੀ ਤਹਿ ਕਹਿਓ ਤੁਮ ਇਸੇ ਰਾਖਿਓ ਗੁਪਤ ਭਲ। ਪਰ ਉਹ ਲੋਣੀਆਂ ਨੂੰ ਇਹ ਕਹਿ ਗਿਆ ਵੀ ਜਿਹੜੀ ਇਹ ਪੋਥੀ ਇਹਨੂੰ ਤੂੰ ਗੁਪਤ ਰੱਖਣਾ ਹੈਗਾ ਹੈ। ਪ੍ਰਗਟ ਕਰੈ ਤੈ ਜਗਤ ਮੈਂ ਫਿਰ ਨਾ ਰਹੇਂਗੋ ਤੁਰ ਬਲ। ਇਹਨੂੰ ਬਹੁਤਾ ਲੋਕਾਂ ਦੇ ਸਾਹਮਣੇ ਨਹੀਂ ਲਿਆਉਣਾ, ਪ੍ਰਗਟ ਨਹੀਂ ਕਰਨਾ, ਇਹਨੂੰ ਗੁਪਤ ਰੱਖਣਾ ਹੈਗਾ ਹੈ। ਸ਼ਸਤਰ ਨਾਰੇ ਦੁਰਗ ਬਿਤ ਹੈ ਪਾਰਸ ਜੰਤਰ। ਉਹਦੇ ਕੋਲੇ ਜਿਹੜੀਆਂ ਸ਼ਕਤੀਆਂ ਨੇ, ਜਿਹੜੀ ਉਹਦੇ ਕੋਲੇ ਸ਼ਕਤੀ ਆ, ਉਹਨੇ ਸਾਰੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀ ਹੈ। ਉਹਦਾ ਲੰਮਾ ਚੌੜਾ ਜ਼ਿਕਰ ਪਿੱਛੇ ਵੀ ਸਰਵਣ ਕੀਤਾ, ਇੱਥੇ ਫਿਰ ਭਾਈ ਸਾਹਿਬ ਜ਼ਿਕਰ ਕਰ ਰਹੇ ਨੇ, ਆਪਾਂ ਬਹੁਤ ਸੰਖੇਪ ਦੇ ਵਿੱਚ ਕਰ ਰਹੇ ਹਾਂ। ਮਹਾਰਾਜ ਉਹ ਵੱਡਾ ਬਣ ਸਕਦਾ ਹੈ, ਬਹੁਤ ਵੱਡਾ ਕਾਰ ਕਰ ਸਕਦਾ ਹੈ, ਬਹੁਤ ਛੋਟਾ ਹੈ, ਉਹ ਕਿਸੇ ਦੀ ਗੱਲ ਨੂੰ ਜਾਣ ਸਕਦਾ ਹੈ, ਉਹ ਉੜ ਸਕਦਾ ਹੈ, ਉਹ ਖੂਹ ਤੇ ਬੈਠ ਸਕਦਾ ਹੈ, ਉਹਦੇ ਬਸ ਵਿੱਚ ਭੂਤ ਨੇ, ਹਵਾ ਉਹਦੇ ਬਸ ਵਿੱਚ ਚੱਲਦੀ ਹੈ, ਜਦੋਂ ਜੀ ਕਰੇ ਮੀਂਹ ਗੜੇ ਪਵਾ ਸਕਦਾ ਹੈ ਇਤਿਆਦਿਕ। ਉਹ ਸਾਰਾ ਕੁਝ ਫਿਰ ਉਹ ਸ਼ਸਤਰ ਚਲਾਉਣ ਦੇ ਬਾਰੇ, ਹੋਰ ਸ਼ਕਤੀਆਂ ਦੇ ਬਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਇੱਕ ਕਰਕੇ ਇਹ ਸਾਰੀਆਂ ਜਿੰਨੀਆਂ ਵੀ ਸ਼ਕਤੀਆਂ ਸੀ ਉਹਦੇ ਬਾਰੇ ਦੱਸ ਦਿੱਤਾ। ਇਤਿਆਦਿਕ ਬਹੁਤ ਸ਼ਕਤੀ ਤਾਂ ਕਿ ਜੈਤ ਰਾਮ ਜਾਂ ਭਾਖੀ ਬਾਂਕੀ, ਜਦੋਂ ਮਹਾਰਾਜ ਨੂੰ ਕੱਲੀ ਸ਼ਕਤੀ ਦੇ ਬਾਰੇ ਕਹਿਆ ਜੀ। ਜੀਵਨ ਦਾਸ ਗਵਾਹੀ ਟੇਰੀ ਜੋ ਮਹੰਤ ਕੈ ਮੈਂ ਪੀਹੇਰੀ। ਔਰ ਉਹਨੇ ਆਪਣੇ ਵੱਲੋਂ ਗਵਾਹੀ ਵੀ ਭਰਤੀ, ਮਹਾਰਾਜ ਮੈਂ ਇਹ ਸ਼ਕਤੀਆਂ ਆਪਣੀਆਂ ਅੱਖਾਂ ਨਾਲ ਵੇਖ ਵੀ ਲਈਆਂ ਨੇ, ਮੈਂ ਬਿਲਕੁਲ ਸੱਚ ਕਹਿੰਦਾ ਵੀ ਉਹ ਬਹੁਤ ਸ਼ਕਤੀਵਾਨ ਹੈ, ਬੜਾ ਹੀ ਕਰਾਮਾਤੀ ਸਾਧੂ ਹੈਗਾ ਹੈ। ਬਖਿਆ ਸੋ ਸਿੱਧੇ ਉਦਾਰੀ ਮਾਨਤ ਤਿਸ ਕੋ ਸਭ ਸੰਸਾਰੀ। ਮਹਾਰਾਜ ਉਹ ਬੜਾ ਮਸ਼ਹੂਰ ਹੈ, ਬੜਾ ਪ੍ਰਸਿੱਧ ਹੈ, ਉਹਦੀ ਬੜੀ ਮਾਨਤਾ ਹੈਗੀ ਹੈ। ਠੇਤੈ ਔਰ ਸਿਆਣੇ ਜੇਤੇ ਇਸੇ ਭਾਂਤ ਬੋਲੇ ਮਿਲ ਤੇਤੇ। ਮਹਾਰਾਜ ਜੀ ਤੋਂ ਮਰਜੀ ਪੁੱਛ ਲਿਓ, ਤੁਹਾਨੂੰ ਇਹੀ ਕੁਝ ਮਿਲੇਗਾ। ਇਹ ਸੁਨ ਮੁਸਕਾਏ ਗੁਰੂ ਪਨ ਗੋਈ, ਇਸ ਤੇ 100 ਗੁਣ ਕਿਉਂ ਨਹਿ ਹੋਈ। ਮਹਾਰਾਜ ਹੱਸ ਕੇ ਕਹਿੰਦੇ ਭਾਈ ਇਹਦੇ ਨਾਲੋਂ ਭਾਵੇਂ 100 ਗੁਣਾ ਉਹਦੇ ਕੋਲੇ ਹੋਰ ਸ਼ਕਤੀਆਂ ਹੋਣ, ਇਹਦੇ ਨਾਲੋਂ ਸੈਂਕੜੇ ਗੁਣਾ ਹੋਰ ਹੋਣ, ਐਸੀ ਹੈ ਹਮ ਇੱਕ ਟਿਕ ਵਿਦਿਆ ਜਿਸ ਆਗਿਆ ਸਭ ਔਰ ਵਿਦਿਆ। ਸਾਡੇ ਕੋਲੇ ਕਿਹੋ ਜੀ ਸ਼ਕਤੀ ਹੈ ਜਿਹਦੇ ਅੱਗੇ ਸਾਰੀਆਂ ਸ਼ਕਤੀਆਂ ਠੁੱਸ ਹੋ ਜਾਣਗੀਆਂ। ਸਾਡੇ ਕੋਲੇ ਕੈਸੀ ਸ਼ਕਤੀ ਹੈ ਜਿਹਦੇ ਅੱਗੇ ਸਾਰੀਆਂ ਸ਼ਕਤੀਆਂ, ਮਤਲਬ ਇਉਂ ਕਹਿ ਲਓ ਵੀ ਅਣਜਾਣਪੁਣਾ ਹੀ ਹੋਵੇਗਾ, ਅਵਿਦਿਆ ਅਗਿਆਨਤਾ ਹੀ ਹੋਵੇਗੀ। ਉਹ ਸਾਧੂ ਹੈਰਾਨ ਹੋ ਰਿਹਾ ਵੀ ਤੁਹਾਡੇ ਕੋਲੇ ਐਸੀ ਸ਼ਕਤੀ। ਮਹਾਰਾਜ ਨੇ ਕਹਿਆ ਹੈ ਗੁਰ ਨਾਨਕ ਉਚਰਿਓ ਜੋ ਮੰਤਰ ਵਾਹਿਗੁਰੂ ਸਭ ਬੇਦਨ ਤੰਤਰ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਮੰਤਰ ਉਚਾਰਨ ਕੀਤਾ, ਵਾਹਿਗੁਰੂ ਮੰਤਰ, ਇਹ ਸਾਰੇ ਵੇਦਾਂ ਦਾ, ਧਾਰਮਿਕ ਗ੍ਰੰਥਾਂ ਦਾ ਤੱਤ ਹੈਗਾ ਹੈ। ਜਿਤਕ ਸ਼ਕਤ ਤੁਮ ਕਾਤਾ ਗਾਈ ਇਸ ਆਗੈ ਵੈ ਚਲੈ ਨ ਕਾਈ। ਮਹਾਰਾਜ ਕਹਿੰਦੇ ਇਸ ਮੰਤਰ ਦੇ ਅੱਗੇ ਕੋਈ ਮੰਤਰ ਨਹੀਂ ਚੱਲੇਗਾ, ਸਾਰੇ ਮੰਤਰ ਫੇਲ ਇਹਦੇ ਅੱਗੇ, ਸਾਰੇ ਮੰਤਰ ਠੁੱਸ। ਅਸੀਂ ਜਾਵਾਂਗੇ, ਦੇਖਾਂਗੇ, ਮਿਲਾਂਗੇ ਉਹਨੂੰ। ਉਹ ਜਿਹੜਾ ਮਹੰਤ ਹੈ ਉਹ ਕਹਿੰਦਾ ਤਾਹੂ ਮਹਾਰਾਜ ਮੈਂ ਤਾਂ ਤੁਹਾਨੂੰ ਕਹਿਣੇ ਸੀ, ਅੱਗੇ ਮਰਜ਼ੀ ਤੁਹਾਡੀ ਹੈ, ਤੁਸੀਂ ਜਾ ਕੇ ਵੇਖਣਾ, ਤੁਸੀਂ ਵੇਖ ਲਓ। ਵੈਸੇ ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਕਿਸੇ ਨੇ ਚੋਟਾਂ ਖਾਧੀਆਂ ਹੋਣ, ਮਾਰਾਂ ਖਾਧੀਆਂ ਹੋਣ, ਐਕਸਪੀਰੀਅੰਸ ਹੋਵੇ, ਉਹਦੇ ਤਜਰਬੇ ਤੋਂ ਫਾਇਦਾ ਉਠਾ ਸਕੇ। ਪਰ ਮਹਾਰਾਜ ਤੁਸੀਂ ਆਪ ਦੇਖਣਾ ਚਾਹੁੰਦੇ ਹੋ, ਜਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਗੇ। ਇਹ ਭਾਵੇਂ ਮੈਂ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ ਵੀ ਐਸਾ ਜ਼ਿਕਰ ਆ ਗਿਆ ਸੀ, ਪਰ ਭਾਈ ਸਾਹਿਬ ਨੇ ਥੋੜਾ ਡਿਟੇਲ 'ਚ ਲਿਖਿਆ ਹੈ। ਕੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਗੇ, ਉਸ ਤੋਂ ਬਾਅਦ ਫਿਰ ਸਾਰਾ ਕੁਝ ਅੱਗੇ ਚੱਲੇਗਾ। ਆਪਾਂ ਬਾਚਾਂਗੇ, ਵਿਚਾਰਾਂਗੇ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਉਹਦੇ ਤੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ। ਭੁੱਲ ਚੁੱਕ ਦੀ ਖਿਮਾ, ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਤਮਾਮ ਗਲਤੀਆਂ ਸਤਿਗੁਰੂ ਜੀ ਖਿਮਾ ਕਰਨਗੇ। ਬਹੁਤ ਬਹੁਤ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ। ਜਿਤਕ ਸ਼ਕਤ ਤੁਮ ਤਾ ਕੀ ਗਾਈ ਇਸ ਆਗੈ ਵੈ ਚਲੈ ਨ ਕਾਈ।
हे अच्युत हे पार ब्रह्म अबनासी अगनास हे पूरन हे सर्बमय दुख भंजन गुणतास हे संगी हे निरंकार हे निर्गुण सब टेक हे गोविंद हे गुण निंदा जाकै सदा विवेक हे अपरंपर हर हरे है पी होवन हार हे संताह कै सदा संग निदारा आधार हे ठाकुर हौं दासरो मैं निर्गुण गुण नहीं कोए नानक दीजै नाम दा राखो ही परोए आए प्रभ शरनागति कृपा निद दयाल एक अखर हर मन बसत नानक होत निहाल एक अखर हर मन बसत नानक होत निहाल वाहिगुरु जी का खालसा